ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਨਿਰਤ ਮੰਡਲ ਜਗ ਸਾਜਿਆ ਨਿਰਤ ਮੰਡਲ ਜਗ ਸਾਜਿਆ ਜਿਉ ਬਾਲੂ ਕਰਵਾਰ ਜਿਉ ਬਾਲੂ ਕਰਵਾਰ ਜਿਉ ਬਾਲੂ ਕਰਵਾਰ ਬਿਨ ਸਤਬਾਰ ਨਾ ਲੱਗਈ ਜਿਉ ਕਾਗਦ ਬੂੰਦਾ ਜਿਉ ਕਾਗਦ ਬੂੰਦਾ ਜਿਉ ਕਾਗਦ ਬੂੰਦਾ ਸੁਣ ਮੇਰੀ ਮਨਸਾ ਮਨੇ ਮਾਹੇ ਸੁਣ ਮੇਰੀ ਮਨਸਾ ਮਨੇ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਵਾਰ ਜੈਸਾ ਸੁਪਨਾ ਰੈਣ ਕਾ जैसा सुपना रैण का तैसा एहो संसार जैसा सुपना रैण का राम गयो रावण गयो जाको बहु परवार कहो नानक तिर कछ नहीं सुपने ज्यों संसार सुपने ज्यों संसार सुपने ज्यों संसार जैसा सुपना रैण का जैसा सुपना रैण का तैसा यो संसार दृष्टमान सब बिनसिए क्या लागे गवार क्या लागे गवार क्या लागे गवार कहा सो पाई मीत है कहाँ सो पाई मीत है देख नैन पसार देख नैन पसार
एक चले एक चल सै, सब अपनी बार, सब अपनी बार, सब अपनी बार, सब अपनी बार। जिन पूरा सतगुर सेविया, जिन पूरा सतगुर सेविया, से अस्थिर हर द्वार, से अस्थिर हर द्वार, से अस्थिर हर द्वार। जन नानक हर का दास है, जन नानक हर का दास है। राख पैज मुरार, राख पैज मुरार, राख पैज मुरार। मिरत मंडल जग साजिया, मिरत मंडल जग साजिया। ज्यों बालू करवा, छोड़ चले कारबार जोगी, छोड़ चले, 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 छोड़ चले कारबार, छोड़ चले कारबार जोगी, छोड़ चले, छोड़ चले कारबार जोगी, छोड़ चले कारबार जोगी, छोड़ चले कारबार जोगी, छोड़ चले, छोड़ चले कारबार जोगी, 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 चले कारबार जोगी, छोड़ चले कारबार जोगी, चले कारबार जोगी, छोड़ चले कारबार जोगी, छोड़ चले कारबार जोगी, छोड़ चले कारबार जोगी, छोड़ चले कारबार, छोड़ चले कारबार जोगी, छोड़ चले, छोड़ चले कारबार जोगी, छोड़ चले कारबार जोगी, छोड़ चले, छोड़ चले कारबार जोगी, छोड़ चले कारबार जोगी, छोड़ हाजी छोड़ चले कारबार जोगी, छोड़ चले, छोड़ चले कारबार जोगी, छोड़ चले कारबार जोगी, छोड़ चले, छोड़ चले कारबार जोगी, छोड़ चले, छोड़ चले कारबार जोगी, छोड़ चले, छोड़ चले
ਚਲੇ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਵਾਰ। ਘਰ ਵਾਰ ਤਜ ਗਏ, ਛੱਡ ਗਏ। ਸੰਸਾਰ ਤੇ ਜੋ ਵੀ ਆਇਆ ਉਹਨੂੰ ਜਾਣਾ ਪਿਆ। ਸੰਸਾਰ ਤੋਂ, ਦੁਨੀਆ ਤੋਂ ਅੱਜ ਤੱਕ ਕੋਈ ਜਿਉਂਦਾ ਮੁੜ ਕੇ ਨਹੀਂ ਗਿਆ। ਮਿਰਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਵਾਰ। ਬਿਨ ਸਤਵਾਰ ਨਾ ਲੱਗਈ, ਜਿਉਂ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੇ ਮਾਹੇ, ਸੱਚ ਦੇਖ ਵਿਚਾਰ। ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਵਾਰ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਆਪਾਂ ਨੂੰ, ਕਹਿੰਦੇ ਨੇ ਭਾਈ ਮਿਰਤ ਮੰਡਲ ਜਗ ਸਾਜਿਆ। ਇਹ ਜਿਹੜਾ ਜਗਤ ਸੰਸਾਰ, ਇਹ ਕਹਿੰਦੇ ਮਿਰਤ ਦਾ ਮੰਡਲ ਹੈ, ਮੌਤ ਦਾ ਮੰਡਲ ਹੈ। ਇਹ ਮੌਤ ਦਾ ਘਰ ਹੈ ਜਿਹੜਾ ਜਗਤ ਹੈ, ਜਿਹੜਾ ਸੰਸਾਰ ਹੈ। ਹਰ ਛਿਨ ਹਰ ਪਲ ਮੌਤ ਵਿਆਪ ਰਹੀ ਹੈ। ਮੌਤ ਇਹ ਹੈ ਜਿਹੜੀ ਬਚਪਨੇ ਨੂੰ ਜਵਾਨੀ ਦੇ ਰੂਪ ਵਿੱਚ ਖਾ ਜਾਂਦੀ ਹੈ। ਮੌਤ ਹੀ ਹੈ ਜਿਹੜੀ ਜਵਾਨੀ ਨੂੰ ਬੁਢਾਪੇ ਰੂਪ ਦੇ ਵਿੱਚ ਖਾ ਜਾਂਦੀ ਹੈ। ਮੌਤ ਹੀ ਹੈ ਜਿਹੜੀ ਬੁਢਾਪੇ ਨੂੰ ਵੀ ਨਿਗਲ ਜਾਂਦੀ ਹੈ। ਹਰ ਪਲ ਹਰ ਸਕਿੰਟ ਮੌਤ ਕਾਲ ਇਸ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਵਾਪਰ ਰਿਹਾ ਹੈ। ਮਿਰਤ ਮੰਡਲ, ਮੌਤ ਦਾ ਮੰਡਲ ਜਗ ਸਾਜਿਆ। ਇਹ ਜਗਤ ਜਿਹੜਾ ਬਣਾਇਆ ਅਕਾਲ ਪੁਰਖ ਨੇ, ਮਹਾਰਾਜ ਕਹਿੰਦੇ ਮੌਤ ਦਾ, ਮਿਰਤੂ ਦਾ ਮੰਡਲ ਹੈ। ਜਿਉਂ ਬਾਲੂ ਘਰ ਵਾਰ। ਬਾਲੂ ਰੇਤੇ ਨੂੰ ਕਹਿੰਦੇ ਨੇ। ਜਿਵੇਂ ਰੇਤੇ ਦੇ ਆਪਾਂ ਵੇਖਦੇ ਆ ਨਾ, ਨਿਆਣੇ ਬੱਚੇ ਰੇਤੇ ਦੇ ਵਿੱਚ ਖੇਲਾਂ ਖੇਡਦੇ ਹੁੰਦੇ ਸੀ, ਘਰ ਬਣਾ ਲੈਂਦੇ ਸੀ, ਆਪਣੇ ਕਿਆਰੀਆਂ ਬਣਾ ਲੈਂਦੇ ਸੀ। ਹੁਣ ਤਾਂ ਬੱਚਿਆਂ ਦੀਆਂ ਖੇਡਾਂ ਵੀ ਬਦਲ ਗਈਆਂ, ਕਿਉਂਕਿ ਸਮਾਂ ਯੁੱਗ ਬਦਲ ਗਿਆ, ਸਮਾਂ ਬਦਲ ਗਿਆ। ਹੁਣ ਤਾਂ ਕੰਪਿਊਟਰਾਂ ਤੇ ਹੀ, ਮੋਬਾਈਲਾਂ ਤੇ ਹੀ ਖੇਡਾਂ ਖੇਡਦੇ ਨੇ ਬੱਚੇ। ਪਰ ਅੱਜ ਤੋਂ 30 ਸਾਲ 40 ਸਾਲ 50 ਸਾਲ ਪਹਿਲਾਂ ਆਪਾਂ ਦੇਖਿਆ ਰੇਤੇ ਦੇ ਵਿੱਚ ਬੱਚੇ ਖੇਲਿਆ ਕਰਦੇ ਸੀ। ਆ ਕੇ 2-2 ਘੰਟੇ 4-4 ਘੰਟੇ ਖੇਲੀ ਜਾਣਾ, ਘਰ ਬਣਾ ਲੈਣੇ। ਜਦੋਂ ਸ਼ਾਮ ਹੋਣਾ, ਆਥਣ ਹੋ ਜਾਣਾ, ਘਰਾਂ ਨੂੰ ਜਾਣਾ। ਜਾਂਦੇ ਜਾਂਦੇ ਪੈਰ ਮਾਰ ਕੇ ਸਾਰੇ ਉਹ ਬਣਾਏ ਘਰ ਢਾਹ ਜਾਂਦੇ। ਰੇਤੇ ਦੇ ਘਰ ਨੂੰ ਢਹਿੰਦਿਆਂ ਕਿਹੜਾ ਚਿਰ ਲੱਗਦਾ ਹੈ। ਇਸੇ ਤਰੀਆਂ ਜਿਹੜਾ ਸਰੀਰ ਹੈ ਸਾਡਾ, ਇਹ ਵੀ ਰੇਤੇ ਦਾ ਘਰ ਹੈ, ਰੇਤ ਦਾ ਘਰ ਹੈ। ਇਹ ਜਿਹੜਾ ਸਰੀਰ ਹੈ। ਮਿਰਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਵਾਰ। ਬਿਨ ਸਤਵਾਰ ਨਾ ਲੱਗਈ, ਬਿਨ ਸਤਵਾਰ ਨਾ ਲੱਗਈ। ਇਹਨੂੰ ਵਿਨਾਸ਼ ਹੁੰਦਿਆਂ ਕਹਿੰਦੇ ਚਿਰ ਨਹੀਂ ਲੱਗਦਾ। ਜਿਵੇਂ ਬੱਚੇ ਰੇਤੇ ਦੇ ਘਰ ਬਣਾ ਕੇ ਆਏ, 1 ਸਕਿੰਟ ਵਿੱਚ ਢਾਹ ਦਿੰਦੇ ਸੀ। ਬਣਾਉਂਦਿਆਂ ਨੂੰ ਤਾਂ ਟਾਈਮ ਲੱਗਦਾ ਸੀ, ਪਰ ਢਾਉਣ ਲੱਗਿਆਂ ਤਾਂ ਇੱਕ ਪੈਰ ਮਾਰਦੇ ਸਭ ਢਹਿ ਜਾਂਦਾ। ਐਸੇ ਤਰ੍ਹਾਂ ਕਹਿੰਦੇ ਇਹ ਜਗਤ ਨੂੰ, ਇਸ ਸੰਸਾਰ ਨੂੰ ਖਤਮ ਹੁੰਦਿਆਂ ਚਿਰ ਨਹੀਂ ਲੱਗਦਾ। ਫਿਰ ਕਈ ਆਪਾਂ ਸੋਚਦੇ ਹਾਂ, ਕਈ ਇੱਦਾਂ ਸੋਚਦੇ ਨੇ ਵੀ ਜਗਤ ਕਦੋਂ ਖਤਮ ਹੁੰਦਾ ਹੈ, ਦੁਨੀਆ ਖਤਮ ਕਦੋਂ ਹੋਏਗੀ। ਭਾਈ ਦੁਨੀਆ ਉਦੋਂ ਹੀ ਖਤਮ ਹੋਏਗੀ ਜਦੋਂ ਸਾਡੇ ਸਰੀਰ ਦੇ ਵਿੱਚੋਂ ਪ੍ਰਾਣ ਖਤਮ ਹੋ ਗਏ। ਮੇਰੇ ਸਰੀਰ ਦੇ ਮੇਰੇ ਪ੍ਰਾਣ ਮੁੱਕ ਗਏ, ਮੇਰੇ ਭਾ ਦੀ ਦੁਨੀਆ ਉਦੋਂ ਹੀ ਖਤਮ। ਹਰ ਇੱਕ ਹੀ ਇੱਦਾਂ ਲਾ ਕੇ ਵੇਖ ਲਓ ਆਪਣੇ ਆਪਣੇ ਤੇ। ਜਦੋਂ ਸਾਡੇ ਸਵਾਸ ਮੁੱਕ ਗਏ, ਸਾਡੇ ਪ੍ਰਾਣ ਮੁੱਕ ਗਏ, ਬਸ ਦੁਨੀਆ ਖਤਮ ਹੋ ਗਈ। ਦੁਨੀਆ ਹੈ ਆ ਸਾਡੇ ਸਰੀਰ ਵਿੱਚ ਪ੍ਰਾਣ ਚੱਲਦੇ ਨੇ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀਭਾ ਬੋਲਦੀ ਹੈ, ਆ ਲੱਤਾਂ ਪੈਰਾਂ ਨਾਲ ਭੱਜੇ ਫਿਰਦੇ ਆ, ਪ੍ਰਾਣ ਚੱਲਦੇ ਨੇ। ਦੁਨੀਆ ਹੈ ਜਦੋਂ ਪ੍ਰਾਣ ਖਤਮ ਹੋ ਜਾਂਦੇ ਨੇ, ਮੁੱਕ ਜਾਂਦੇ ਨੇ ਸਵਾਸ, ਤੇ ਉਦੋਂ ਹੀ ਦੁਨੀਆ ਖਤਮ ਹੋ ਜਾਂਦੀ ਹੈ। ਇਸ ਦੁਨੀਆ ਨੂੰ ਖਤਮ ਹੁੰਦਿਆਂ ਮਹਾਰਾਜ ਕਹਿੰਦੇ ਚਿਰ ਨਹੀਂ ਲੱਗਦਾ, ਦੇਰ ਨਹੀਂ ਲੱਗਦੀ। ਬਿਨ ਸਤਵਾਰ ਨਾ ਲੱਗਈ, ਜਿਉਂ ਕਾਗਦ ਬੂੰਦਾਰ।
ਕਾਗਜ਼ ਤੇ ਪਾਣੀ ਦੀਆਂ ਬੂੰਦਾਂ, ਪਾਣੀ ਦੀਆਂ ਕਣੀਆਂ ਜਦੋਂ ਪੈ ਜਾਂਦੀਆਂ ਨੇ ਨਾ ਕਾਗਜ਼ ਤੇ, ਕੋਰੇ ਕਾਗਜ਼ ਤੇ ਉਹ ਕਾਗਜ਼ ਜਿਵੇਂ ਗਲ ਜਾਂਦਾ ਪਾਣੀ ਲੱਗਿਆਂ, ਕਹਿੰਦੇ ਇਦਾਂ ਇਹ ਸਰੀਰ ਗਲ ਜਾਂਦਾ ਹੈ, ਇਦਾਂ ਦੁਨੀਆ ਨੇ ਗਲ ਜਾਣਾ ਹੈ। ਸੁਣ ਮੇਰੀ ਮਨਸਾ ਮਨੇ ਮਾਹੇ, ਮੇਰੇ ਮਨ ਦੇ ਆ ਫੁਰਨਿਆ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੁਣ, ਸੱਤ ਦੇਖ ਵਿਚਾਰ, ਇਹ ਸੱਚ ਦੀ ਵਿਚਾਰ ਹੈ। ਕਹਿੰਦੇ ਇਸ ਵਿਚਾਰ ਨੂੰ ਵਿਚਾਰ ਕੇ ਵੇਖ, ਏਦਾਂ ਸੋਚ ਕੇ ਦੇਖ, ਏਦਾਂ ਵਿਚਾਰ ਕੇ ਦੇਖ, ਏਦਾਂ ਸੁਣ ਮੇਰੀ ਮਨਸਾ ਮਨੇ ਮਾਹੇ, ਸੱਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ-ਵਾਰ। ਸਿੱਧ ਕਹਿੰਦੇ ਨੇ ਪੁੱਗੇ ਹੋਏ ਜੋਗੀਆਂ ਨੂੰ, ਜਿਹੜੇ ਸਿੱਧੀ ਦੇ ਵਿੱਚ ਮੁਕੰਮਲ ਹੋ ਗਏ। ਸਾਧਕ ਕਹਿੰਦੇ ਨੇ ਸਾਧਨਾ ਕਰਨ ਵਾਲਿਆਂ ਨੂੰ। ਸਿੱਧ ਸਾਧਕ ਗਿਰਹੀ, ਗਿਰਹੀ ਦਾ ਅਰਥ ਹੈ ਗ੍ਰਿਸ਼ਤੀ ਲੋਕ, ਬਾਲ ਬੱਚਿਆਂ ਵਾਲੇ। ਜੋਗੀ ਜੁੜੇ ਹੋਏ ਵਾਹਿਗੁਰੂ ਦੇ ਨਾਲ। ਜੋਗੀ ਕੱਪੜਿਆਂ ਦਾ ਨਾਂ ਨਹੀਂ ਵੀ ਭਗਵੇਂ ਕੱਪੜਿਆਂ ਦਾ ਨਾਮ ਜੋਗੀ ਹੈ। ਜੋਗ ਅਰਥ ਜੁੜਨ ਦਾ ਹੈ। ਜਿਹੜਾ ਵਾਹਿਗੁਰੂ ਨਾਲ ਜੁੜਿਆ ਹੈ, ਉਹ ਚਾਹੇ ਕਿਸੇ ਵੀ ਰੰਗ ਦੇ ਉਹਨੇ ਵਸਤਰ ਪਹਿਨੇ ਨੇ, ਕਿੱਦਾਂ ਦਾ ਵੀ ਚਾਹੇ ਪਹਿਰਾਵਾ ਪਹਿਨੇ ਹੈ, ਕੁੜਤਾ ਪਜਾਮਾ, ਪੈਂਟ ਸ਼ਰਟ, ਚੋਲਾ, ਜਿਵੇਂ ਵੀ ਹੈ, ਪਰ ਜਿਹੜਾ ਜੁੜਿਆ ਹੋਇਆ ਉਹ ਜੋਗੀ ਹੈ। ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ-ਵਾਰ। ਘਰ-ਵਾਰ ਛੱਡ ਕੇ ਕਹਿੰਦੇ ਚਲੇ ਗਏ। ਭਾਵ ਇਹ ਹੈ ਕਹਿਣ ਤੋਂ ਮਹਾਰਾਜ ਦਾ ਵੀ ਇੱਥੇ ਕੋਈ ਰਹੇਗਾ ਨਹੀਂ। ਧਰਮੀ ਅਧਰਮੀ, ਪਾਪੀ ਪੁੰਨੀ, ਦੁਖੀ ਸੁਖੀ, ਗਰੀਬ ਅਮੀਰ, ਆਪਣੀ ਆਪਣੀ ਵਾਰੀ ਸਭ ਨੇ ਤੁਰ ਜਾਣਾ। ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ-ਬਾਰ, ਘਰ-ਬਾਰ ਛੱਡ ਕੇ ਚਲੇ ਗਏ। ਜੈਸਾ ਸੁਪਨਾ ਰੈਣ ਕਾ, ਰੈਣ ਕਹਿੰਦੇ ਨੇ ਰਾਤ ਨੂੰ। ਜਿਵੇਂ ਕਹਿੰਦੇ ਰਾਤ ਨੂੰ ਸੁਪਨਾ ਆਉਂਦਾ ਹੁੰਦਾ ਹੈ, ਇਦਾਂ ਦਾ ਸੰਸਾਰ ਹੈ। ਜੈਸਾ ਸੁਪਨਾ ਰੈਣ ਕਾ ਤੈਸਾ ਇਹੋ ਸੰਸਾਰ। ਸੰਸਾਰ ਕਿਵੇਂ ਦਾ ਹੈ? ਜਿਵੇਂ ਦਾ ਸੁਪਨਾ ਹੁੰਦਾ ਹੈ। ਜਿਵੇਂ ਦਾ ਸੁਪਨਾ ਹੁੰਦਾ ਹੈ ਉਵੇਂ ਦਾ ਹੀ ਸੰਸਾਰ ਹੈ। ਪਰ ਜਿਹੜਾ ਸੁਪਨਾ ਸਾਨੂੰ ਰਾਤੀ ਆਉਂਦਾ ਹੈ, ਸਵੇਰੇ ਭੁੱਲ ਜਾਂਦੇ ਆ ਵੀ ਕੀ ਦੇਖਿਆ ਸੁਪਨੇ 'ਚ, ਕੀ ਸੁਣਿਆ, ਕੀ ਕੁਝ ਵੇਖਿਆ ਮਨ ਨੇ। ਸੁਪਨੇ ਵਿੱਚ ਜੋ ਕੁਝ ਦੇਖਿਆ ਸਵੇਰ ਨੂੰ ਭੁੱਲ ਜਾਈਦਾ, ਚੇਤੇ ਹੀ ਨਹੀਂ ਰਹਿੰਦਾ, ਯਾਦ ਹੀ ਨਹੀਂ ਰਹਿੰਦਾ। ਕਿੰਨੇ ਸੁਪਨੇ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਇਸੇ ਤਰ੍ਹਾਂ ਹੀ ਕਹਿੰਦੇ ਨੇ ਬਸ ਉਹ ਜਿਹੜਾ ਸੁਪਨਾ ਰਾਤ ਨੂੰ ਰੈਣ ਦਾ ਸੁਪਨਾ ਹੁੰਦਾ ਹੈ, ਉਹ ਅੱਖ ਬੰਦ ਹੁੰਦੀ ਹੈ, ਅੱਖ ਬੰਦ ਹੁੰਦਿਆਂ ਆਉਂਦਾ ਹੈ। ਆ ਜਿਹੜਾ ਜਗਤ ਸੁਪਨਾ ਹੈ ਇਹ ਅੱਖ ਖੁੱਲ੍ਹਿਆਂ ਆਉਂਦਾ ਹੈ। ਰਾਤ ਵਾਲਾ ਰੈਣ ਦਾ ਸੁਪਨਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅੱਖ ਮਿਚ ਜਾਂਦੀ ਹੈ, ਬੰਦ ਹੋ ਜਾਂਦੀ ਹੈ। ਜਦੋਂ ਅੱਖ ਖੁੱਲ੍ਹ ਜਾਂਦੀ ਹੈ ਉਦੋਂ ਹੀ ਸੁਪਨਾ ਟੁੱਟ ਜਾਂਦਾ ਹੈ। ਜਗਤ ਰੂਪੀ ਸੁਪਨਾ ਹੈ ਇਹ ਸ਼ੁਰੂ ਉਦੋਂ ਹੋਇਆ ਸੀ ਜਦੋਂ ਸਾਡੀ ਅੱਖ ਖੁੱਲ੍ਹੀ ਸੀ। ਭਾਵ ਜਦੋਂ ਅਸੀਂ ਜੰਮੇ ਸਾਂ, ਜਨਮ ਹੋਇਆ ਸੀ, ਤੇ ਖਤਮ ਹੋਏਗਾ ਉਦੋਂ ਜਦੋਂ ਸਾਡੀ ਅੱਖ ਮਿਚ ਗਈ, ਅੱਖ ਬੰਦ ਹੋ ਗਈ। ਉਹ ਬੰਦ ਅੱਖ ਦਾ ਸੁਪਨਾ ਹੈ ਰੈਣ ਵਾਲਾ, ਤੇ ਆ ਜਿਹੜਾ ਜਗਤ ਹੈ ਇਹ ਕਹਿੰਦੇ ਖੁੱਲੀ ਅੱਖ ਦਾ ਸੁਪਨਾ ਹੈ। ਇਹ ਵੀ ਸੁਪਨਾ ਤੇ ਉਹ ਵੀ ਸੁਪਨਾ, ਜਗ ਜੀਵਨ ਐਸਾ ਸੁਪਨੇ ਜੈਸਾ। ਇੱਦਾਂ ਸਮਝਾਉਂਦੇ ਨੇ। ਤੈਸਾ ਸੰਸਾਰ ਜੀ ਜੈਸਾ ਹੈ ਸੁਪਨਾ ਰੈਣ ਕਾ। तैसा संसार जी जैसा है सुपना रैण का। तैसा संसार जी जैसा है सुपना रैण का। वो तैसा संसार जी जैसा है सुपना रैण का। जैसा संसार जी जैसा है सुपना रैण का। ऐसा संसार जी जैसा है सुपना रैण का। तैसा संसार प्यारे जैसा है सुपना रैण का। तैसा संसार प्यारे जैसा है सुपना रैण का। तैसा
ਸੁਪਨਾ ਰਹਿਣ ਕਾ। ਕੈਸਾ ਸੰਸਾਰ ਪਿਆਰੇ ਐਸਾ ਹੈ ਸੁਪਨਾ ਰਹਿਣ ਕਾ। कैसा संसार प्यारे कैसा है सुपना रहन का। कैसा संसार प्यारे कैसा है सुपना रहन का। जैसा है सुपना रहन का, जैसा है सुपना रहन का। जैसा है सुपना रहन का। ओ जैसा है सुपना रहन का। 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 ऐसा संसार प्यारे 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 जैसा है सुपना रहन का। कैसा संसार प्यारे जैसा है सुपना रहन का। कैसा संसार प्यारे जैसा है सुपना रहन का। जैसा सुपना रहन का तैसा ਇਹ ਸੰਸਾਰ। ਇਹ ਸੰਸਾਰ ਵੀ ਉਦਾਂ ਦਾ ਹੀ ਹੈ ਜਿੱਦਾਂ ਦਾ ਸੁਪਨਾ ਹੈ। ਦ੍ਰਿਸ਼ਟਮਾਨ ਸਭ ਬਿਨਸੀ ਹੈ। ਦ੍ਰਿਸ਼ਟਮਾਨ ਕੀ ਹੁੰਦਾ? ਜਿਹੜਾ ਦਿਸ ਰਿਹਾ ਹੈ, ਅੱਖਾਂ ਨਾਲ ਦਿਸ ਰਿਹਾ ਜਿਹੜਾ। ਬਿਨਸੀ ਹੈ ਭਾਵੇਂ ਖਤਮ ਹੋਣ ਵਾਲਾ ਹੈ, ਵਿਨਾਸ਼ ਹੋਣ ਵਾਲਾ ਹੈ। ਦ੍ਰਿਸ਼ਟਮਾਨ ਸਭ ਬਿਨਸੀ ਹੈ ਕਿਆ ਲਾਗੈ, ਕਿਆ ਲੱਗੈ ਗਾਵਾਰ। ਐ ਮੂਰਖ ਮਨ ਗਵਾਰਾ ਕਮਲਿਆ। ਇਹਦੇ ਨਾਲ ਕਿਉਂ ਚਿੰਬੜਿਆ ਹੋਇਆ, ਕਿਉਂ ਲੱਗਿਆ ਹੋਇਆ? ਇਹ ਦ੍ਰਿਸ਼ਟਮਾਨ ਜੋ ਵੀ ਦਿਸਦਾ ਹੈ ਕਹਿੰਦੇ ਨਾਸ਼ਵੰਤ ਹੈ, ਖਤਮ ਹੋਣ ਵਾਲਾ ਹੈ। ਗਵਾਰਾ ਕਮਲਿਆ ਮੂਰਖਾ ਮਨਾ, ਤੂੰ ਇਸ ਜਗਤ ਦੇ ਨਾਸ਼ਵੰਤ ਪਦਾਰਥਾਂ ਦੇ ਨਾਲ ਚਿੰਬੜ ਗਿਆ, ਇਹਦੇ ਨਾਲ ਲੱਗ ਗਿਆ ਤੂੰ। ਕਿਆ ਲੱਗੇਗਾ ਵਾਰ, ਕਿਉਂ ਗਵਾਰਾ, ਕਿਉਂ ਇਹਨਾਂ ਵਸਤੂਆਂ ਨਾਲ ਪਦਾਰਥਾਂ ਨਾਲ ਲੱਗਦਾ, ਤੂੰ ਚਿੰਬੜਦਾ ਕਿਉਂ ਹੈ? ਇਹ ਤਾਂ ਖਤਮ ਹੋਣ ਵਾਲਾ ਹੈ। ਜਿੱਦਾਂ ਦਾ ਸੁਪਨਾ ਹੁੰਦਾ ਹੈ ਰਹਿਣ ਦਾ, ਰਾਤ ਦਾ, ਉੱਦਾਂ ਦਾ ਕਹਿੰਦੇ ਸੰਸਾਰ ਹੈ। ਸੁਪਨਾ ਬੰਦੇ ਨੂੰ ਕਿਹੋ ਜਿਹਾ ਆਉਂਦਾ ਹੈ? ਸੁਪਨਾ ਬੰਦੇ ਨੇ ਕਿਵੇਂ ਦਾ ਲੈਣਾ ਹੈ? ਉਹ ਵੀ ਬੰਦੇ ਦੇ ਆਪਣੇ ਵੱਸ ਹੈ। ਸੁਪਨਾ ਕਿੱਦਾਂ ਦਾ ਲੈਣਾ ਹੈ ਬੰਦੇ ਨੇ? ਕਿਉਂਕਿ ਜੋ ਕੁਝ ਬੰਦਾ ਜ਼ਿੰਦਗੀ ਦੇ ਵਿੱਚ ਕਰਦਾ ਹੁੰਦਾ ਹੈ ਨਾ, ਸੁਪਨੇ ਵੀ ਉੱਦਾਂ ਦੇ ਹੀ ਆਉਂਦੇ ਨੇ। ਜਿਹੜੇ ਸਤਸੰਗੀ ਨੇ, ਸਤਸੰਗ ਕਰਨ ਵਾਲੇ ਨੇ, ਉਹਨਾਂ ਨੂੰ ਸੁਪਨਿਆਂ 'ਚ ਵੀ ਸਤਸੰਗ ਕਰਦੇ ਨੇ। ਉਹ ਸੁਪਨਿਆਂ 'ਚ ਹੀ ਸਤਸੰਗ ਕਰਦੇ ਨੇ। ਸੁਪਨੇ ਵੀ ਉੱਦਾਂ ਦੀ ਆਉਂਦੇ ਨੇ ਵੀ ਅਸੀਂ ਦੀਵਾਨਾਂ 'ਚ ਗਏ, ਅਸੀਂ ਗੁਰੂ ਘਰ ਗਏ, ਅਸੀਂ ਕਥਾ ਸੁਣੀ। ਬਾਣੀ ਪੜ੍ਹਨ ਵਾਲੇ ਨੇ ਉਹ ਸੁਪਨੇ 'ਚ ਵੀ ਬਾਣੀ ਪੜ੍ਹੀ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਦੂਜੀ ਸਾਈਡ ਦੇ ਲੋਕ ਨੇ, ਜਿਹੜੇ ਗਲਤ ਰਾਹ 'ਤੇ ਚੱਲਣ ਵਾਲੇ ਨੇ, ਉਹਨਾਂ ਨੂੰ ਫਿਰ ਉੱਦਾਂ ਦੀ ਸੁਪਨੇ ਆਉਂਦੇ ਨੇ। ਦਿਨ ਹੈ ਵਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਫਨ ਬਰੜਾਇਓ। ਬਰੜਾਉਂਦਾ ਸੁਪਨੇ ਵਿੱਚ, ਉੱਦਾਂ ਦੀ ਬਰੜਾਉਂਦਾ ਜਿੱਦਾਂ ਦਾ ਜ਼ਿੰਦਗੀ, ਜਿੱਦਾਂ ਦਾ ਦਿਨ ਵਿੱਚ ਜੋ ਕੁਝ ਕੀਤਾ ਤੇ ਉੱਦਾਂ ਦਾ ਹੀ ਸੁਪਨਾ ਆਉਂਦਾ ਹੈ। ਫਿਰ ਸੁਪਨਾ ਲੈਣਾ ਬੰਦੇ ਦੇ ਆਪਣੇ ਵੱਸ ਨਾ ਹੋਇਆ। ਜੇ ਅੱਛਾ ਕੁਝ ਕਰੇ, ਚੰਗਾ ਕੁਝ ਕਰੇ ਤਾਂ ਸੁਪਨੇ ਚੰਗੇ ਆਉਂਦੇ ਨੇ। ਜੇ ਮਾੜਾ ਕੁਝ ਕਰੇ ਤਾਂ ਸੁਪਨੇ ਮਾੜੇ ਆਉਂਦੇ ਨੇ। ਜਦੋਂ ਨਾਮ ਜਪਣ ਵਾਲਾ ਹੈ, ਬਾਣੀ ਪੜ੍ਹਨ ਵਾਲਾ ਹੈ, ਸੇਵਾ ਕਰਨ ਵਾਲਾ ਹੈ, ਉਹਨੂੰ ਸੁਪਨੇ ਵੀ ਚੰਗੇ ਆਉਂਦੇ ਨੇ। ਆ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਇਕੱਤਰ ਹੋਏ ਆ, ਸਰਦਾਰ ਭਾਈ ਜਗਰੂਪ ਸਿੰਘ, ਕਿੰਨੇ ਸੁਪਨੇ ਆਉਂਦੇ ਸੀ। ਉਹ ਬਹੁਤ ਦੱਸਦੇ ਰਹਿੰਦੇ ਸੀ,
ਕਈ ਵਾਰੀ ਤਾਂ ਹੁੰਦਾ ਨੇ ਵੀ ਜੇ ਆਪਾਂ ਦੱਸ ਦਈਏ ਮੁੜ ਕੇ ਚੰਗਾ ਸੁਪਨਾ ਨਹੀਂ ਆਉਂਦਾ, ਪਰ ਉਹ ਦੱਸ ਵੀ ਦਿੰਦੇ ਸੀ, ਉਹਨਾਂ ਨੂੰ ਫਿਰ ਵੀ ਚੰਗੇ ਸੁਪਨੇ ਆਉਂਦੇ ਸੀ। ਆ ਮਹੀਨਾ ਕੁ ਪਹਿਲਾਂ ਹੀ ਅਜੇ ਅਸੀਂ ਗਏ ਆ ਅਸਥਾਨ ਤੇ ਆਪਣੇ GT ਰੋਡ ਤੇ, ਉੱਥੇ ਸੇਵਾ ਕਰਦੇ ਸੀ 10 ਮਹੀਨਿਆਂ ਤੋਂ। ਕਹਿੰਦੇ ਮੈਨੂੰ ਬਾਬੇ ਕਾਰ ਸੇਵਾ ਵਾਲੇ ਲੈ ਗਏ ਗੁਰੂਸਰ, ਉਹਨਾਂ ਉੱਥੇ ਕਈ ਮਹੀਨੇ ਰਹਿ ਕੇ ਉਹਨਾਂ ਨੇ ਆਖਿਆ ਵੀ ਉਹਦੀ ਲੋੜ ਹੈ, ਘੱਟ ਨੇ ਸੇਵਾਦਾਰ, ਤੇ ਕਹਿੰਦੇ ਮੈਨੂੰ ਉਹਨਾਂ ਨੇ ਕੁਝ 3000 ਰੁਪਇਆ ਵੀ ਆ ਤੂੰ ਲੈ ਲੈ। ਮੈਂ ਆਖਿਆ ਵੀ ਨਾ ਰਹਿਣ ਦਿਓ, ਕਹਿੰਦੇ ਨਹੀਂ ਤੂੰ ਰੱਖ। ਤੇ ਰਾਤ ਨੂੰ ਸੁਪਨੇ ਵਿੱਚ ਕਹਿੰਦੇ ਮੇਰੇ ਕੋਲੇ ਬਾਬਾ ਨਾਨਕ ਆਇਆ। ਬਾਬਾ ਨਾਨਕ ਜੀ ਕਹਿੰਦੇ ਨੇ ਸਿੱਖਾ ਪੈਸੇ ਨਹੀਂ ਲੈਣੇ। ਕਹਿੰਦਾ ਜੀ ਮੈਂ ਆਖਿਆ 7 ਵਚਨ। ਬਾਬਾ ਨਾਨਕ ਕਹਿੰਦਾ ਮੈਨੂੰ ਕਹਿੰਦੇ ਨੇ ਵੀ ਤੈਨੂੰ 2 ਪੋਤਰੇ ਦਿੱਤੇ, 2 ਤੈਨੂੰ ਪੜੋਤਰੇ ਦਿੱਤੇ। ਸਵੇਰ ਹੋਈ, ਕਹਿੰਦਾ ਮੈਂ ਉਹਨਾਂ ਨੂੰ ਵਾਪਸ ਕੀਤੇ। ਉਹ ਕਹਿੰਦੇ ਵੀ ਕਿਉਂ? ਕਹਿੰਦਾ ਮੈਂ ਆਖਿਆ ਵੀ ਮੈਨੂੰ ਤਾਂ ਬਾਬਾ ਨਾਨਕ ਜੀ ਕਹਿ ਗਏ। ਬਹੁਤ ਸੁਪਨੇ ਇਦਾਂ ਦੇ ਭਾਈ ਜਗਰੂਪ ਸਿੰਘ ਨੂੰ ਆਉਂਦੇ ਸਨ। ਭਾਵ ਕਿ ਆਪਣਾ ਕਹਿਣ ਦਾ ਇਹ ਹੈ ਵੀ ਜਿੱਦਾਂ ਦਾ ਬੰਦਾ ਕੰਮ ਕਰਦਾ ਨਾ ਉਦਾਂ ਦੇ ਹੀ ਸੁਪਨੇ ਲੈਂਦਾ ਹੈ। ਜਦੋਂ ਚੰਗਾ ਕੁਝ ਕਰਾਂਗੇ ਸੁਪਨੇ ਵੀ ਚੰਗੇ ਆਉਣਗੇ, ਗਲਤ ਕੁਝ ਕਰਾਂਗੇ ਸੁਪਨੇ ਗਲਤ ਆਉਣਗੇ। ਇੱਕ ਉਹਨਾਂ ਨੇ ਹੋਰ ਦੱਸਿਆ, ਕਹਿੰਦੇ ਕਾਫੀ ਸਾਲਾਂ ਦੀ ਗੱਲ ਹੈ, ਮੈਂ ਕਦੇ ਫਤਿਹਗੜ੍ਹ ਸਾਹਿਬ ਨਹੀਂ ਸੀ ਗਿਆ। ਸਰਹੰਦ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੇ ਦਰਸ਼ਨ ਨਹੀਂ ਸੀ ਕੀਤੇ। ਕਹਿੰਦੇ ਮੇਰੇ ਮਨ ਵਿੱਚ ਆਇਆ ਵੀ ਲੈ ਆਪਾਂ ਦਰਸ਼ਨ ਨਹੀਂ ਕੀਤੇ ਫਤਿਹਗੜ੍ਹ ਸਾਹਿਬ, ਲੋਕ ਜਾਂਦੇ ਨੇ। ਕਹਿੰਦੇ ਸੁਪਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜਾ ਲੈ ਕੇ ਆ ਗਏ। ਕਹਿੰਦੇ ਸਿੱਖਾ ਬੈਠ ਪਿੱਛੇ ਘੋੜੇ ਤੇ, ਤੈਨੂੰ ਫਤਿਹਗੜ੍ਹ ਸਾਹਿਬ ਲੈ ਕੇ ਚੱਲੀਏ। ਮੈਨੂੰ ਬਿਠਾ ਲਿਆ, ਕਹਿੰਦੇ ਫਤਿਹਗੜ੍ਹ ਸਾਹਿਬ ਲੈ ਗਏ। ਤੇ ਉੱਥੇ ਦੁਨੀਆ ਜਿਵੇਂ ਆਪਾਂ ਵੇਖਦੇ ਹਾਂ ਜੋੜ ਮੇਲੇ ਤੇ ਲੱਖਾਂ ਹੀ ਲੋਕ ਹੁੰਦੇ ਨੇ, ਸੰਗਤਾਂ ਬੈਠੀਆਂ ਨੇ। ਜਦੋਂ ਦੇਖਿਆ ਸਾਰਿਆਂ ਨੇ ਵੀ ਗੁਰੂ ਜੀ ਆ ਗਏ, ਸਭ ਲੋਕ ਵੇਖ ਕੇ ਮਹਾਰਾਜ ਨੂੰ ਖੜੇ ਹੋ ਗਏ। ਮੈਂ ਉਤਰ ਗਿਆ ਘੋੜੇ ਤੋਂ, ਮਹਾਰਾਜ ਘੋੜੇ ਤੇ ਚੜੇ ਹੋਏ ਨੇ। ਤੇ ਉਹ ਸੰਗਤਾਂ ਕਹਿ ਰਹੀਆਂ ਨੇ ਵੀ ਮਹਾਰਾਜ ਬਹੁਤ ਚੰਗਾ ਕੀਤਾ, ਤੁਸੀਂ ਨੇ ਦਰਸ਼ਨ ਦਿੱਤੇ ਨੇ, ਬਹੁਤ ਚੰਗਾ ਹੋਇਆ ਅੱਜ ਤੁਹਾਡੇ ਦਰਸ਼ਨ ਹੋ ਗਏ। ਮੈਂ ਅੱਗੇ ਖੜਾ ਸੀ ਘੋੜੇ ਦੇ ਕੋਲ, ਉਹ ਕਹਿੰਦਾ ਘੋੜਾ ਮੈਨੂੰ ਐ ਆਪਣੇ ਮੂੰਹ ਨਾਲ ਚੱਟੇ ਮੈਨੂੰ। ਕਹਿੰਦੇ ਮੈਂ ਆਖਿਆ ਵੀ ਮਹਾਰਾਜ ਇਹ ਘੋੜਾ ਐ ਕਿਉਂ ਕਰਦਾ ਮੇਰੇ ਨਾਲ? ਕਹਿੰਦੇ 10ਵਾਂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਿੱਖਾ ਤੇਰੇ ਨਾਲ ਪਿਆਰ ਕਰਦਾ ਹੈ, ਲਾਡ ਕਰਦਾ ਹੈ ਤੇਰੇ ਨਾਲ ਘੋੜਾ। ਇੱਕ ਨਹੀਂ ਅਨੇਕ ਹੀ ਇਦਾਂ ਦੇ ਉਹ ਦੱਸਿਆ ਕਰਦੇ ਸੀ ਭਾਈ ਜਗਰੂਪ ਸਿੰਘ ਵੀ ਇਦਾਂ ਦੇ ਅੱਜ ਆਹ ਸੁਪਨਾ ਆਇਆ, ਜਾ ਸੁਪਨਾ ਆਇਆ। ਕਿਉਂ ਆਉਂਦੇ ਸੀ ਇਦਾਂ ਦੇ ਸੁਪਨੇ? ਕਿਉਂ ਆਉਂਦੇ ਸੀ? ਕਿਉਂਕਿ ਉਹਨਾਂ ਦੀ ਸੁਰਤ ਦੇ ਵਿੱਚ ਗੁਰੂ ਦਾ ਪਿਆਰ ਸੀ। ਆ ਦੁਨੀਆ ਰੰਗ ਨਾ ਆਵੇ ਨੇੜੇ, ਨਸ਼ੇ ਵਿਸ਼ੇ ਬਕਾਰਾਂ ਦਾ ਤਾਂ ਹੈ ਹੀ ਨਹੀਂ ਸੀ ਨਾ ਲੱਗਿਆ ਹੋਇਆ ਮਾੜਾ ਮੋਟਾ। ਦੁਨਿਆਵੀ ਜਿਹਨੂੰ ਦੁਨਿਆਵੀ ਰੰਗ ਕਹਿੰਦੇ ਨੇ, ਬਕਾਰਾਂ ਦਾ ਰੰਗ, ਬੁਰਾਈਆਂ ਦਾ ਰੰਗ ਨਹੀਂ ਸੀ ਲੱਗਿਆ ਹੋਇਆ। ਗੁਰੂ ਦਾ ਪਿਆਰ ਸੀ ਅੰਦਰ, ਗੁਰੂ ਦਾ ਪ੍ਰੇਮ ਸੀ ਉਹਨਾਂ ਦੇ ਅੰਦਰ। ਉਹ ਫਿਰ ਜਿੱਦਾਂ ਦਾ ਬੰਦਾ ਕੰਮ ਕਰਦਾ, ਹੁਣ ਉਹਨਾਂ ਦਾ ਧਿਆਨ ਕੀ ਸੀ? ਬਸ ਸੇਵਾ ਕਰਾਂ ਤੇ ਨਾਮ ਜਪਾਂ। ਹਰ ਵਕਤ ਹੀ ਉਹਨਾਂ ਦੇ ਅੰਦਰ ਇੱਦਾਂ ਰਹਿੰਦਾ ਸੀ। ਜਦੋਂ ਅਸੀਂ ਕੈਨੇਡਾ ਗਏ ਸੀ 2.5 ਮਹੀਨਿਆਂ ਲਈ, ਉੱਥੇ ਲੱਗ ਗਏ 5 ਮਹੀਨੇ, ਲੋਕਡਾਊਨ ਹੋ ਗਿਆ। ਤੇ ਫਿਰ ਫੋਨ ਤੇ ਗੱਲ ਹੋਈ, ਉੱਥੇ 2 ਸਿੰਘ ਰਹਿੰਦੇ ਸੀ, ਇੱਕ ਸਿੰਘ ਚਲਿਆ ਗਿਆ। ਤੇ ਅਸੀਂ ਆਖਿਆ ਵੀ ਹੁਣ ਔਖਾ ਹੋ ਗਿਆ ਤੁਹਾਨੂੰ ਇਕੱਲਿਆਂ ਨੂੰ। ਕਹਿੰਦੇ ਨਾ ਜੀ ਕੋਈ ਔਖਾ ਨਹੀਂ ਹੋਇਆ, ਵੀ ਤੁਹਾਡਾ ਇਕੱਲਿਆਂ ਦਾ ਜੀ ਲੱਗੇਗਾ। ਕਹਿੰਦੇ ਸਮਕਾ ਹੁਣ ਤਾਂ ਵਧੀਆ ਨਾਮ ਜਪਿਆ ਜਾਂਦਾ ਹੈ। ਪਹਿਲਾਂ 2 ਜਾਣੇ ਸੀ, ਕਈ ਵਾਰੀ ਅਸੀਂ ਗੱਲਾਂ ਕਰਨ ਲੱਗ ਜਾਂਦੇ, ਹੁਣ ਤਾਂ ਕਹਿੰਦੇ ਬਹੁਤ ਹੀ ਆਨੰਦ ਆਉਂਦਾ ਹੈ। ਇਕੱਲੇ ਹੁੰਨੇ ਆ ਤੇ ਵੱਧ ਸਮਾਂ ਸਿਮਰਨ ਦੇ ਵਿੱਚ ਲੱਗਦਾ ਹੈ ਸਾਡਾ।
ਔਖਾ ਕੋਈ ਨਹੀਂ, ਬਹੁਤ ਸੌਖੇ ਆ। ਹਰ ਵਕਤ ਆਹੀ ਸੋਚਦੇ ਸੀ ਭਾਈ ਜਗਰੂਪ ਸਿੰਘ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਤੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, 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 ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਜੀ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ। ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗਹਿ ਬੈਸਣ ਪਾਈ ਐ, ਕਹੋ ਨਾਨਕ ਵਾਹ ਲੜਾਈ ਐ। ਇਦਾਂ ਹਰ ਵਕਤ ਸੋਚਦੇ ਸੀ ਵੀ ਜਦੋਂ ਵੀ ਉੱਥੇ ਵਿਹਲੇ ਨਹੀਂ ਸੀ ਬਹਿੰਦੇ, ਜਦੋਂ ਵੀ ਜਾਣਾ ਉਹਨਾਂ ਨੇ ਕੁਝ ਨਾ ਕੁਝ ਕਰਦੇ ਹੁੰਦੇ ਸੀ। ਕਿਆਰੀਆਂ ਉਹਦੇ ਵਿੱਚ ਲਾ ਰੱਖਿਆ ਸੀ, ਸਬਜ਼ੀਆਂ ਆਦਿ ਲਾਈਆਂ ਹੋਈਆਂ ਸਨ। ਕਦੇ ਜਦੋਂ ਵੀ ਕੋਈ ਚਲਿਆ ਜਾਂਦਾ ਚਾਹ ਪਾਣੀ ਪ੍ਰਸ਼ਾਦਾ ਛਕੇ ਬਿਨਾ ਚਾਹ ਪਾਣੀ ਆਉਣ ਨਹੀਂ ਸੀ ਦਿੰਦੇ ਕਿਸੇ ਨੂੰ। ਕਿੰਨਾ ਚਾਅ ਸੀ ਅੰਦਰ ਸੇਵਾ ਕਰਨ ਦਾ, ਸਿਮਰਨ ਕਰਨ ਦਾ। ਕਹਿੰਦੇ ਇਕੱਲੇ ਨੂੰ ਤਾਂ ਜ਼ਿਆਦਾ ਆਨੰਦ ਆਉਂਦਾ ਹੈ। ਬੱਚੇ ਵੀ ਦੱਸਦੇ ਸਨ, ਪਰਿਵਾਰ ਕਹਿੰਦੇ ਅਸੀਂ ਵੀ ਪੁੱਛਿਆ ਵੀ ਕੋਈ ਔਖ, ਕਹਿੰਦੇ ਕੋਈ ਔਖ ਨਹੀਂ। ਕਹਿੰਦੇ ਹੁਣ ਤਾਂ ਇਹੋ ਜਿਹਾ ਆਨੰਦ ਆ ਰਿਹਾ ਹੈ ਇਕਾਂਤ ਦੇ ਵਿੱਚ ਵੀ ਕਦੇ ਜ਼ਿੰਦਗੀ 'ਚ ਇਹੋ ਜਿਹਾ ਆਨੰਦ ਹੀ ਨਹੀਂ ਆਇਆ ਜਿਹੋ ਜਿਹਾ ਹੁਣ ਆ ਰਿਹਾ ਹੈ। ਅਸੀਂ ਵੀ ਫਿਰ ਜਦੋਂ ਜਾਣਾ ਤੇ ਪੁੱਛਣਾ ਵੀ ਕੋਈ ਲੋੜ ਕਿਸੇ ਤਰ੍ਹਾਂ ਦੀ ਕੋਈ ਹੋਵੇ, ਨਹੀਂ ਕੋਈ ਲੋੜ ਨਹੀਂ, ਲੋਭ ਲਾਲਚ ਬਿਲਕੁਲ ਨਹੀਂ, ਕੋਈ ਲੋੜ ਨਹੀਂ ਕਿਸੇ ਚੀਜ਼ ਦੀ, ਸਾਰਾ ਕੁਝ ਹੈ ਇੱਥੇ। ਕਿਉਂਕਿ ਸੰਤੋਖ ਜਿਹਨੂੰ ਮਿਲ ਗਿਆ, ਸੰਤੋਖ ਰਜਾ ਦਿੰਦਾ ਬੰਦੇ ਨੂੰ। ਸੱਚੀ ਗੱਲ ਤਾਂ ਇਹ ਹੈ ਵੀ ਜਿੱਦਾਂ ਦਾ ਸਬਰ ਤੇ ਸੰਤੋਖ ਸੰਤੁਸ਼ਟੀ ਭਾਈ ਜਗਰੂਪ ਸਿੰਘ ਦੇ ਮਨ ਨੂੰ ਸੀ ਨਾ, ਇਦਾਂ ਦੀ ਤਾਂ ਅੱਜ ਵੱਡੇ ਵੱਡੇ ਸੰਤ ਮਹੰਤ ਕਹਾਉਣ ਵਾਲੇ ਉਹਨਾਂ ਦੀ ਵੀ ਇਦਾਂ ਦੀ ਬਿਰਤੀ ਨਹੀਂ ਸੀ, ਉਹਨਾਂ ਦੀ ਵੀ ਇਦਾਂ ਬਿਰਤੀ ਨਹੀਂ ਸੀ ਜਿਵੇਂ ਉਹਨਾਂ ਦੇ ਜਿਹੜੇ ਗੁਣ ਸਨ ਭਾਈ ਜਗਰੂਪ ਸਿੰਘ ਦੇ ਵਿੱਚ। ਆਪਾਂ ਗੱਲ ਕਰਦੇ ਸੀ ਕਿ ਸੁਪਨਾ ਕਿੱਦਾਂ ਦਾ ਲੈਣਾ ਹੈ ਬੰਦੇ ਨੇ, ਸੁਪਨੇ ਕਿਹੋ ਜਿਹੇ ਵੇਖਣੇ ਚਾਹੁੰਦਾ ਹੈ। ਜਿੱਦਾਂ ਦੇ ਸੁਪਨੇ ਬੰਦਾ ਦੇਖਣੇ ਚਾਹੁੰਦਾ ਹੈ ਉਦਾਂ ਦਾ ਕੁਝ ਕਰਨਾ ਸ਼ੁਰੂ ਕਰੇ, ਫਿਰ ਉਦਾਂ ਦੀ ਸੁਪਨੇ ਆਉਂਦੇ ਨੇ। ਜੈਸਾ ਸੁਪਨਾ ਰੈਣ ਕਾ ਤੈਸਾ ਇਹ ਸੰਸਾਰ, ਉਵੇਂ ਦਾ ਹੀ ਸੰਸਾਰ ਹੈ। ਕਹਿੰਦੇ ਜਿਵੇਂ ਸੁਪਨਾ ਹੁੰਦਾ ਹੈ, ਰੈਣ ਰਾਤ ਦਾ ਸੁਪਨਾ, ਬਸ ਫਰਕ ਸਿਰਫ ਇੰਨਾ ਹੀ ਹੈ ਵੀ ਰਹਿਣ ਵਾਲਾ ਸੁਪਨਾ ਅੱਖਾਂ ਮੀਚੀਆਂ ਤੋਂ, ਅੱਖਾਂ ਬੰਦ ਹੋਈਆਂ ਤੋਂ ਆਉਂਦਾ ਹੈ, ਤੇ ਆਹ ਜਿਹੜਾ ਸੁਪਨਾ ਹੈ ਇਹ ਅੱਖਾਂ ਖੁੱਲੀਆਂ 'ਚ ਚੱਲਦਾ ਹੈ।
ਜਦੋਂ ਉਹ ਸੁਪਨਾ ਚੱਲ ਰਿਹਾ ਹੁੰਦਾ ਨਾ, ਰਹਿਣ ਵਾਲਾ ਸੁਪਨਾ, ਤੇ ਉਦੋਂ ਜੋ ਕੁਝ ਆਪਾਂ ਕਰਦੇ ਹੁੰਨੇ ਆ, ਦੇਖਦੇ ਹੁੰਨੇ ਆ, ਸੁਣਦੇ ਹੁੰਨੇ ਆ, ਆਪਾਂ ਨੂੰ ਤਾਂ ਸੱਚ ਹੀ ਲੱਗਦਾ ਹੁੰਦਾ ਹੈ। ਉਹ ਤਾਂ ਬਾਅਦ 'ਚ ਜਦੋਂ ਜਾਗ ਆ ਜਾਂਦੀ ਹੈ ਨਾ, ਫਿਰ ਪਤਾ ਲੱਗਦਾ ਵੀ ਸੁਪਨਾ ਸੀ ਆਇਆ ਹੋਇਆ, ਇਹ ਸੁਪਨਾ ਆਇਆ ਸੀ। ਐਦਾਂ ਹੀ ਜਦੋਂ ਆਹ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ, ਫਿਰ ਪਤਾ ਚੱਲਦਾ ਵੀ ਸੁਪਨਾ ਸੀ ਜ਼ਿੰਦਗੀ, ਸੁਪਨਾ। ਇਹ ਜ਼ਿੰਦਗੀ ਸੁਪਨਾ ਸੀ। ਜਦੋਂ ਇਹ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ, ਸਮਾਪਤ ਅਖੀਰ ਦਾ ਸਮਾਂ ਜਦੋਂ ਚੱਲ ਰਿਹਾ ਹੁੰਦਾ ਹੈ, ਉਦੋਂ ਪਤਾ ਲੱਗਦਾ ਵੀ ਇਹ ਜ਼ਿੰਦਗੀ ਇੱਕ ਸੁਪਨਾ ਸੀ। ਪਰ ਜਿੰਨਾ ਚਿਰ ਜਿਉਂਦੇ ਆ, ਸਾਹ ਚੱਲਦੇ ਨੇ, ਉਨਾ ਚਿਰ ਨਹੀਂ ਲੱਗਦਾ ਵੀ ਇਹ ਸੁਪਨਾ ਹੈ, ਉਨਾ ਚਿਰ ਤਾਂ ਇਹ ਸੱਚ ਲੱਗਦਾ ਸਾਰਾ ਕੁਝ ਜੋ ਕੁਝ ਆਪਾਂ ਦੇਖਦੇ ਹਾਂ। ਜਦੋਂ ਜਿਵੇਂ ਸੁਪਨਾ ਜਦੋਂ ਪੂਰਾ ਹੋ ਜਾਂਦਾ, ਅੱਖਾਂ ਖੁੱਲ੍ਹ ਜਾਂਦੀਆਂ ਨੇ, ਫਿਰ ਪਤਾ ਲੱਗਦਾ ਵੀ ਸੁਪਨਾ ਸੀ। ਐਸੇ ਤਰੀਏ ਜਗਤ ਸੁਪਨੇ ਦਾ ਵੀ ਉਦੋਂ ਹੀ ਪਤਾ ਲੱਗਣਾ ਜਦੋਂ ਅਖੀਰ ਦਾ ਟਾਈਮ ਆ ਜਾਂਦਾ ਹੈ, ਅੰਤ ਸਮਾਂ ਆ ਜਾਂਦਾ ਹੈ, ਫਿਰ ਪਤਾ ਲੱਗਦਾ ਹੈ ਵੀ ਇਹ ਜਗਤ, ਇਹ ਸੰਸਾਰ ਇੱਕ ਸੁਪਨਾ ਹੈ। ਕੌਰੀਆਂ ਵਾਲੇ ਬਾਬਾ ਜੀ ਨੂੰ ਪੁੱਛਿਆ ਸੀ ਇੱਕ ਵਾਰੀ ਸਾਡੇ ਪਾਪਾ ਜੀ ਨੇ, ਕਹਿੰਦੇ ਮੈਂ ਕਿਹਾ ਬਈ ਮੁਕਤੀ ਕਦੋਂ ਹੁੰਦੀ ਹੈ ਬੰਦੇ ਦੀ, ਮੁਕਤੀ ਜਿਹਨੂੰ ਕਹਿੰਦੇ ਨੇ ਵੀ ਮੁਕਤੀ ਹੁੰਦੀ ਹੈ। ਬਾਬਾ ਜੀ ਨੇ ਕਿਹਾ, ਕਹਿੰਦੇ ਭਾਈ ਜਦੋਂ ਜਿਉਂਦੇ ਜੀ ਇਹ ਦੁਨੀਆ ਸੁਪਨਾ ਲੱਗਣ ਲੱਗ ਜੇ, ਉਹਨੂੰ ਮੁਕਤੀ ਕਹਿੰਦੇ ਨੇ। ਜਿਉਂਦੇ ਜੀ ਸੁਪਨਾ ਲੱਗਣ ਲੱਗ ਜੇ ਜਗਤ ਸੰਸਾਰ, ਉਹਨੂੰ ਮੁਕਤੀ ਕਹਿੰਦੇ ਨੇ। ਪਰ ਤਾਂ ਹੀ ਤਾਂ ਇਹਨਾਂ ਪੰਗਤੀਆਂ 'ਚ ਮਹਾਰਾਜ ਕਹਿੰਦੇ ਨੇ, ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੈ, ਗਵਾਰ ਗਵਾਰਾ ਕਮਲਿਆ। ਇਹਨਾਂ ਚੀਜ਼ਾਂ ਨਾਲ, ਦੁਨੀਆ ਨਾਲ ਕਿਉਂ ਲੱਗਿਆ ਹੋਇਆ? ਇਹ ਤਾਂ ਦ੍ਰਿਸ਼ਟਮਾਨ ਸਭ ਬਿਨਸੀਐ, ਵਿਨਾਸ਼ ਰੂਪ ਹੈ, ਫਨਾ ਰੂਪ ਹੈ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ। ਕਹਿੰਦੇ ਤੇਰੇ ਹੱਥ ਵਿੱਚ ਆਉਣ ਵਾਲਾ ਕੁਝ ਨਹੀਂ। ਜੋ ਕੁਝ ਵਰਤਦਾ, ਜੋ ਕੁਝ ਵੇਖਦਾ, ਜੋ ਕੁਝ ਤੇਰੇ ਕੋਲੇ ਹੈ, ਜੋ ਕੁਝ ਸਮਝਦਾ ਵੀ ਮੇਰਾ ਹੈ, ਕਹਿੰਦੇ ਸਭ ਇੱਕਦਮ ਪਰਾਇਆ ਹੋ ਜਾਣਾ, ਇੱਕਦਮ ਛੱਡ ਜਾਣਾ ਸਾਰਾ ਕੁਝ। ਨਾਲ ਜਾਣ ਵਾਲੀ ਕਹਿੰਦੇ ਕੋਈ ਵਸਤੂ ਨਹੀਂ। ਪਰ ਗੁਰਬਾਣੀ ਤੋਂ ਸਮਝ ਲੈ ਕੇ, ਗੁਰਬਾਣੀ ਤੋਂ ਗਿਆਨ ਲੈ ਕੇ, ਤੇ ਜਿਹੜੇ ਗੁਰਮੁਖ ਨੇ ਉਹ ਆਪਣਾ ਜੀਵਨ ਸਫਲਾ ਕਰਕੇ ਚੱਲਦੇ ਨੇ। ਜਿੱਦਾਂ ਆਪਾਂ ਸੁਣਦੇ ਹੁੰਦੇ ਆ ਨਾ ਭਾਈ ਗੁਰਦਾਸ ਜੀ ਦੀ ਵਾਰ ਦੀਆਂ ਦੋ ਪੰਗਤੀਆਂ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਕਹਿੰਦੇ ਜਿਹੜੇ ਗੁਰਮੁਖ ਨੇ ਜਨਮ ਸਵਾਰ, ਗੁਰਮੁਖ, ਗੁਰਮੁਖ, ਤੇਰੀ ਸੁਰਤ ਦਾ ਮੁਖ ਗਿਆਨ ਵੱਲ ਭਾਵ ਗੁਰੂ ਵੱਲ ਹੋਵੇ, ਫੇਰ ਬਣੇਗਾ ਤੂੰ ਗੁਰਮੁਖ। ਕਈਆਂ ਦਾ ਵੈਸੇ ਤਾਂ ਮੁਖ ਗੁਰੂ ਵੱਲ ਹੁੰਦਾ ਹੈ, ਆਪਾਂ ਅੱਖਾਂ ਆਪਣੀਆਂ ਗੁਰੂ ਵੱਲ ਕਰਨੀਆਂ, ਆਪਾਂ ਸਮਝਦੇ ਹਾਂ ਮੂੰਹ ਗੁਰੂ ਵੱਲ ਹੈ ਸਾਡਾ, ਪਰ ਸੁਰਤ ਕਿਸੇ ਹੋਰ ਵੱਲ ਹੁੰਦੀ ਹੈ, ਸੁਰਤ ਕਿਸੇ ਹੋਰ ਪਾਸੇ ਹੁੰਦੀ ਹੈ। ਜਦੋਂ ਸੁਰਤ ਦਾ ਮੁਖ ਗੁਰੂ ਵੱਲ ਹੋਵੇ, ਗਿਆਨ ਵੱਲ ਹੋਵੇ, ਫਿਰ ਬਣਦਾ ਹੈ ਗੁਰਮੁਖ। ਜਨਮ ਸਵਾਰ, ਗੁਰਮੁਖ ਨੇ ਜਿਹੜੇ ਆਪਣਾ ਜਨਮ ਸਵਾਰਦੇ ਨੇ। ਸਵਾਰਨਾ ਕੀ ਹੁੰਦਾ ਹੈ? ਕਿਉਂਕਿ ਬਹੁਤ ਸਾਰੀ ਬਿਰਤੀਆਂ ਨੇ ਜਿਹੜੀਆਂ ਬੰਦੇ ਦੇ ਅੰਦਰ ਪਈਆਂ ਹੁੰਦੀਆਂ ਨੇ, ਪਸ਼ੂਆਂ ਦੀਆਂ, ਪੰਛੀਆਂ ਦੀਆਂ, ਦਰਿੰਦਿਆਂ ਦੀਆਂ, ਇੱਦਾਂ ਦੀਆਂ ਜਿਹੜੀਆਂ ਬਿਰਤੀਆਂ ਨੇ ਬੰਦੇ ਦੇ ਅੰਦਰ ਪਈਆਂ ਨੇ, ਉਹਨਾਂ ਨੂੰ ਇੱਕ ਇੱਕ ਕਰਕੇ ਨਿਕਾਲਣਾ, ਗਲਤੀਆਂ ਨੂੰ, ਵਕਾਰਾਂ ਨੂੰ, ਬੁਰਾਈਆਂ ਨੂੰ, ਉਹਨੂੰ ਸਵਾਰਨਾ ਕਹਿੰਦੇ ਨੇ। ਬਈ ਜਨਮ ਸਵਾਰ, ਗੁਰਮੁਖ ਜਨਮ ਸਵਾਰ ਦਰਗਾਹ ਹੈ। ਦਰਗਾਹ ਕਿਹੜੀ ਹੈ? ਦਰਗਾਹ ਪਰਮੇਸ਼ਰ ਦੀ ਦਰਗਾਹ ਹੈ। ਆ ਦੁਨੀਆ ਸਾਰੀ, ਇਹ ਸਾਰੀ ਦੁਨੀਆ ਪਰਮੇਸ਼ਰ ਦੀ ਦਰਗਾਹ ਹੈ। ਚੱਲਿਆ ਦਾ ਮਤਲਬ ਹੈ ਇਹਦੇ ਵਿੱਚ ਜਿਉਂਦੇ ਨੇ, ਜਨਮ ਸਵਾਰ ਕੇ ਜਿਉਂਦੇ ਨੇ। ਪਰ ਆਪਾਂ ਤਾਂ ਮਰਨ ਤੋਂ ਬਾਅਦ ਹੀ ਜੋੜਦੇ ਆ ਇਹਨਾਂ ਪੰਗਤੀਆਂ ਨੂੰ ਨਾਲ। ਗੁਰਮੁਖ ਨੇ ਜਿਹੜੇ ਉਹ ਜ਼ਿੰਦਗੀ ਜਨਮ ਸਵਾਰ ਕੇ ਚੱਲਦੇ ਨੇ ਦੁਨੀਆ ਵਿੱਚ,
ਚੱਲਣ ਦਾ ਅਰਥ ਹੈ ਜਿਉਂਦੇ ਨੇ, ਪਸ਼ੂ ਬਿਰਤੀ ਲੈ ਕੇ ਨਹੀਂ ਜਿਉਂਦੇ, ਦੇਵ ਬਿਰਤੀ, ਗੁਰਮੁਖ ਵਾਲੀ ਬਿਰਤੀ, ਆਪਣਾ ਜਨਮ ਸਵਾਰ ਕੇ ਚੱਲਦੇ ਨੇ। ਚੱਲਣ ਦਾ ਅਰਥ ਆਪਾਂ ਕਹਿੰਦੇ ਆ ਦੁਨੀਆ ਛੱਡ ਕੇ ਜਾਣ ਨੂੰ। ਜਿਹੜੇ ਗੁਰਮੁਖ ਨੇ ਆ ਰੱਬ ਦੀ ਦਰਗਾਹ ਦੇ ਵਿੱਚ ਆਪਾਂ ਆਏ ਹੋਏ ਆ, ਪਰਮੇਸ਼ਰ ਨੇ ਆਪਣੀ ਦਰਗਾਹ ਦੇ ਵਿੱਚ ਭੇਜਿਆ ਹੈ, ਆਪਾਂ ਸਾਰੇ ਆ ਰੱਬੀ ਦਰਗਾਹ ਦੇ ਵਿੱਚ ਰਹਿੰਦੇ ਆ। ਇੱਥੇ ਚੱਲਣਾ ਤੋਂ ਅਰਥ ਹੈ ਜ਼ਿੰਦਗੀ ਜਿਉਣਾ, ਵੀ ਉਹ ਜ਼ਿੰਦਗੀ ਜਿਉਂਦੇ ਨੇ, ਜਨਮ ਸੋਹਣਾ ਬਣਾ ਕੇ ਜ਼ਿੰਦਗੀ ਜਿਉਂਦੇ ਨੇ ਆਪਣੀ। ਜਿਹੜੀਆਂ ਗਲਤ ਬਿਰਤੀਆਂ ਸੁਰਤ ਦੇ ਵਿੱਚ ਪਈਆਂ ਨੇ, ਅੰਦਰ ਪਈਆਂ ਨੇ, ਅੰਤਹਿਕਰਨ ਦੇ ਵਿੱਚ, ਦਿਮਾਗ ਦੇ ਵਿੱਚ, ਉਹਨਾਂ ਨੂੰ ਕੱਢਦੇ ਨੇ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਰਹਿੰਦੇ ਨੇ, ਫਿਰ ਚੱਲਦੇ ਨੇ, ਮਤਲਬ ਜਿਉਂਦੇ ਨੇ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਕਰ ਗਏ ਚੱਲਿਆ, ਕਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਕਰ ਗਏ ਚੱਲਿਆ, ਕਰ ਗਏ ਚੱਲਿਆ। ਜੀ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਕਰ ਗਏ ਚੱਲਿਆ, ਕਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਕਰ ਗਏ ਚੱਲਿਆ, ਕਰ ਗਏ ਚੱਲਿਆ। ਸੱਚੀ ਦਰ ਕਹਿ ਜਾਏ, ਸੱਚਾ ਪੀੜ ਮੱਲਿਆ, ਸੱਚਾ ਪੀੜ ਮੱਲਿਆ। ਸੱਚੀ ਦਰ ਕਹਿ ਜਾਏ, ਸੱਚਾ ਪੀੜ ਮੱਲਿਆ, ਸੱਚਾ ਪੀੜ ਮੱਲਿਆ। ਸੱਚੀ ਦਰ ਕਹਿ ਜਾਏ, ਸੱਚਾ ਪੀੜ ਮੱਲਿਆ, ਸੱਚਾ ਪੀੜ ਮੱਲਿਆ। ਹਾਂਜੀ ਸੱਚੀ ਦਰ ਕਹਿ ਜਾਏ, ਸੱਚਾ ਪੀੜ ਮੱਲਿਆ, ਸੱਚਾ ਪੀੜ ਮੱਲਿਆ। ਸੱਚੀ ਦਰ ਕਹਿ ਜਾਏ, ਸੱਚਾ ਪੀੜ ਮੱਲਿਆ, ਸੱਚਾ ਪੀੜ ਮੱਲਿਆ। ਸੱਚੀ ਦਰ ਕਹਿ ਜਾਏ, ਸੱਚਾ ਪੀੜ ਮੱਲਿਆ, ਸੱਚਾ ਪੀੜ ਮੱਲਿਆ। ਹਾਂ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਕਰ ਗਏ ਚੱਲਿਆ, ਕਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਕਰ ਗਏ ਚੱਲਿਆ, ਕਰ ਗਏ ਚੱਲਿਆ। ਸੱਚੀ ਦਰਗਾਹ ਜਾਏ, ਆ ਰੱਬ ਜੀ ਦੀ ਸੱਚੀ ਦਰਗਾਹ ਦੇ ਵਿੱਚ ਆ ਕੇ ਸੱਚਾ ਪਿੜ ਮੱਲਿਆ, ਟਿਕਾਣਾ ਮੱਲ ਲੈਂਦੇ ਨੇ, ਲੋਕਾਂ ਦੇ ਦਿਲਾਂ ਵਿੱਚ ਟਿਕਾਣਾ ਮੱਲ ਲੈਂਦੇ ਨੇ। ਜਨਮ ਸਵਾਰ ਕੇ ਚੱਲਦੇ ਨੇ, ਭਾਵ ਜ਼ਿੰਦਗੀ ਜਿਉਂਦੇ ਨੇ ਗੁਰਮੁਖ। ਜਨਮ ਸਵਾਰ ਕੇ ਜ਼ਿੰਦਗੀ ਜਿਉਂਦੇ ਨੇ। ਉਹਨਾਂ ਗੁਰਮੁਖਾਂ ਦੇ ਵਿੱਚ ਗਿਣਤੀ ਸੀ ਭਾਈ ਜਗਰੂਪ ਸਿੰਘ ਦੀ। ਹਰ ਵਕਤ ਸੇਵਾ। ਹੁਣ 75 ਸਾਲ ਦੀ ਉਮਰ ਸੀ। ਅਗਲਾ ਸੋਚਦਾ ਬੁੱਢੇ ਹੋ ਗਏ, ਛੱਡੋ ਹੁਣ ਪਰੇ ਕੰਮ ਧੰਦਾ ਕਰਨਾ, ਬਹੁਤ ਕੁਝ ਕਰ ਲਿਆ। ਪਰ ਹਰ ਸਮੇਂ ਚਾਅ ਰਹਿੰਦਾ ਸੀ ਉਹਨਾਂ ਨੂੰ, ਹਰ ਸਮੇਂ ਤਿਆਰ ਵਰ ਤਿਆਰ, ਜਿਵੇਂ ਕਹਿੰਦੇ ਨੇ ਨਾ ਵੀ ਖਾਲਸਾ ਤਿਆਰ ਵਰ ਤਿਆਰ ਰਹੇ, ਇਦਾਂ ਤਿਆਰ ਵਰ ਰਹਿੰਦੇ ਸੀ। ਤੇ ਬਚਪਨੇ ਤੋਂ ਹੀ ਵੈਸੇ ਤਾਂ ਇਦਾਂ ਹੁੰਦਾ ਸੀ ਜੀਵਨ ਉਹਨਾਂ ਦਾ। ਅਸੀਂ ਵੀ ਜਦੋਂ
ਨਾਨਕੇ ਆਉਂਦੇ ਸੀ ਬਚਪਨ ਦੇ ਵਿੱਚ, ਤੇ ਜਦੋਂ ਕੋਈ ਕੰਮ ਹੁੰਦਾ ਵੀ ਭਗਤ ਨੂੰ, ਜੂਪੇ ਭਗਤ ਨੂੰ ਕਹੋ, ਇਦਾਂ ਕਹਿੰਦੇ ਸੀ, ਭਗਤੀ ਕਹਿੰਦੇ ਸਨ। ਸੱਚਮੁੱਚ ਹੀ ਭਗਤਾਂ ਵਾਲੇ ਗੁਣ ਸਨ ਭਾਈ ਜਗਰੂਪ ਸਿੰਘ ਦੇ ਵਿੱਚ। ਉਹ ਜਨਮ ਸਵਾਰ ਕੇ ਚੱਲਦੇ ਨੇ, ਜਿਉਂਦੇ ਨੇ ਭਾਵ ਜਨਮ ਸਵਾਰ ਕੇ। ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੇਗਾ ਵਾਰ, ਕਮਲਿਆ ਗਵਾਰਾ ਮੂਰਖਾ ਮਨਾ, ਕੀ ਇਸ ਦ੍ਰਿਸ਼ਟਮਾਨ ਪਦਾਰਥਾਂ ਨਾਲ ਜੁੜੇ ਐ, ਲੱਗੇ ਐ। ਇਹ ਕਹਿੰਦੇ ਸਾਰਾ ਕੁਝ ਵਿਨਾਸ਼ ਰੂਪ ਹੈ। ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਨੈਣ ਨੇਤਰਾਂ ਨੂੰ ਕਹਿੰਦੇ ਨੇ, ਅੱਖਾਂ ਨੂੰ। ਇੱਕ ਤਾਂ ਆਹ ਅੱਖਾਂ ਖੋਲ ਕੇ ਆਪਾਂ ਐ ਵੇਖਦੇ ਦੂਜਿਆਂ ਵੱਲ, ਇੱਕ ਹੁੰਦੀਆਂ ਨੇ ਸੁਰਤ ਦੀਆਂ ਅੱਖਾਂ, ਲੋਇਣ ਸੁਰਤ ਕਰੇ। ਕਹਿੰਦੇ ਸੁਰਤ ਦੀਆਂ ਅੱਖਾਂ ਖੋਲ ਕੇ ਵੇਖ, ਕੋਈ ਰਹੇ ਜਗਤ ਤੇ, ਕੋਈ ਰਹੇ ਸੰਸਾਰ ਦੇ ਵਿੱਚ। ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚੱਲੇ ਇੱਕ ਚੱਲ ਸੈ ਸਭ ਆਪਣੀ ਬਾਰ। ਆਪਣੀ ਆਪਣੀ ਬਾਰੀ ਸਭ ਕਹਿੰਦੇ, ਕੁਝ ਚਲੇ ਗਏ, ਕੁਝ ਜਾਣ ਦੀ ਤਿਆਰੀ ਵਿੱਚ ਨੇ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਜਿਨੀ ਸਤਿਗੁਰੂ ਨਾ ਸੇਵਿਓ ਸੇ ਆਏ, ਜਗਤ ਦੇ ਵਿੱਚ ਆ ਕੇ ਗਏ ਪਛਤਾਏ। ਉਹ ਜਾਂਦੇ ਪਛਤਾਉਂਦੇ ਜਾਂਦੇ ਨੇ ਦੁਨੀਆ ਦੇ ਵਿੱਚੋਂ, ਬਈ ਨਾ ਸਿਮਰਨ ਕੀਤਾ, ਨਾ ਸੇਵਾ ਕੀਤੀ, ਨਾ ਗੁਰੂ ਵਾਲੇ ਬਣੇ, ਨਾ ਬਾਣੀ ਪੜ੍ਹੀ, ਨਾ ਕੋਈ ਸਮਝ ਅਕਲ ਲਈ। ਆਏ ਗਏ ਪਛਤਾਏ, ਜਗਤ ਦੇ ਵਿੱਚ ਆ ਗਏ, ਪਰ ਜਾਣ ਲੱਗਿਆਂ ਰੋਂਦੇ ਜਾਂਦੇ ਨੇ, ਪਛਤਾਉਂਦੇ ਜਾਂਦੇ ਨੇ। ਕੌਣ? ਜਿਨੀ ਸਤਿਗੁਰ ਨਾ ਸੇਵਿਓ, ਜਿਨ੍ਹਾਂ ਨੇ ਸਤਿਗੁਰ ਦਾ ਸਿਮਰਨ ਨਹੀਂ ਕੀਤਾ, ਸਤਿਗੁਰ ਦੇ ਬਚਨ ਨਹੀਂ ਸੁਣੇ, ਸਤਿਗੁਰ ਦੇ ਬਚਨ ਨਹੀਂ ਪੜ੍ਹੇ ਗੁਰਬਾਣੀ। ਉਹ ਕਹਿੰਦੇ ਆਉਂਦੇ ਨੇ ਜਗਤ ਦੇ ਵਿੱਚ ਤੇ ਪਛਤਾਉਂਦੇ ਜਾਂਦੇ ਨੇ। ਆਉਂਦੇ ਤਾਂ ਚਾਅ ਨਾਲ ਨੇ, ਆ ਕੇ ਤਾਂ ਬੰਦਾ ਜਦੋਂ ਸੁਰਤ ਸੰਭਲਦੀ ਹੈ, ਸਾਰਾ ਕੁਝ ਜਗਤ ਨਵਾਂ ਨਵਾਂ ਲੱਗਦਾ ਹੈ, ਨਵਾਂ ਨਵਾਂ ਲੱਗਦਾ ਹੈ ਜਗਤ ਸੰਸਾਰ। ਫਿਰ ਇੱਥੇ ਆ ਕੇ ਜਦੋਂ ਮਾੜੀ ਸੰਗਤ ਮਿਲ ਜਾਂਦੀ ਹੈ, ਵਿਕਾਰਾਂ ਵਿੱਚ ਲੱਗ ਜਾਂਦਾ ਹੈ ਬੰਦਾ, ਸਤਿਗੁਰ ਦੀ ਸੰਗਤ ਤੋਂ ਦੁਰੇਡੇ ਚਲਾ ਜਾਂਦਾ ਹੈ, ਦੂਰ ਚਲਿਆ ਜਾਂਦਾ ਹੈ, ਤੇ ਫਿਰ ਪਛਤਾਉਂਦਾ ਹੈ। ਪਰ ਗੁਰਮੁਖ ਨਹੀਂ ਪਛਤਾਉਂਦੇ, ਗੁਰਮੁਖ ਹੱਸਦੇ ਜਾਂਦੇ ਨੇ, ਖੁਸ਼ੀ ਖੁਸ਼ੀ ਜਾਂਦੇ ਨੇ ਜਗਤ ਦੇ ਵਿੱਚੋਂ। ਬਹੁਤ ਸਾਰੇ ਚੰਗੇ ਗੁਣ ਲੋਕਾਂ ਦੇ ਦਿਲਾਂ ਵਿੱਚ ਛਾਪ ਛੱਡ ਜਾਂਦੇ ਨੇ, ਆਪਣੇ ਚੰਗਿਆਈਆਂ ਦੀ, ਚੰਗਿਆਂ ਗੁਣਾਂ ਦੀ। ਰਹਿੰਦੇ ਨੇ ਜਗਤ ਦੇ ਵਿੱਚ, ਰਹਿੰਦੇ ਨੇ ਸੰਸਾਰ ਦੇ ਵਿੱਚ, ਕਿਸੇ ਉਤਸ਼ਾਹ ਦੇ ਵਿੱਚ, ਕਿਸੇ ਚਾਅ ਦੇ ਵਿੱਚ। ਜਿਵੇਂ ਹੁਸੈਨ ਸ਼ਾਹ ਫਕੀਰ ਹੋਇਆ ਇੱਕ, ਤੇ ਚਿੱਟਾ ਦਾੜਾ ਸੀ ਫਕੀਰ ਦਾ। ਇੱਕ ਬੀਬੀ ਸੀ ਜਿਹਨੂੰ ਇਤਿਹਾਸ ਵਿੱਚ ਬੇਸ਼ਵਾ ਲਿਖਿਆ, ਚਲੋ ਚੰਗਾ ਜੀਵਨ ਨਹੀਂ ਸੀ ਉਸ ਦਾ। ਜਦੋਂ ਵੀ ਰਸਤੇ ਵਿੱਚ ਕਿਤੇ ਗਜਾ ਲੈਣ ਜਾਣਾ, ਉਹਨਾਂ ਨੇ ਪ੍ਰਸ਼ਾਦਾ ਮਧੂਕੜੀ ਮੰਗ ਕੇ ਛਕਦੇ ਸੀ। ਹੁਸੈਨ ਸ਼ਾਹ ਰਸਤੇ ਵਿੱਚ ਮਿਲ ਪੈਣਾ, ਉਹਨੇ ਪੁੱਛਣਾ ਬੀਬੀ ਨੇ, ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ? ਕੁੱਤਾ ਪਾਲਿਆ ਸੀ ਚਿੱਟਾ, ਉਹਦੀ ਪੂਛ ਸੀ ਵੱਡੀ। ਤੇ ਹੁਸੈਨ ਸ਼ਾਹ ਨੇ ਹੱਸ ਕੇ ਕਹਿ ਦੇਣਾ, ਫੇਰ ਦੱਸਾਂਗੇ। ਸਮਾਂ ਲੰਘਦਾ ਗਿਆ, ਜਿੱਥੇ ਵੀ ਉਸ ਬੀਬੀ ਨੇ ਮਿਲਣਾ, ਉਹਨੇ ਹਰ ਜਗ੍ਹਾ ਤੇ ਇਦਾਂ ਟੀਚਰ ਕਰਨੀ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ? ਹੁਸੈਨ ਸ਼ਾਹ ਨੇ ਕਹਿਣਾ, ਫਿਰ ਦੱਸਾਂਗੇ। ਟਾਈਮ ਲੰਘਦਾ ਗਿਆ, ਉਹ ਅਖੀਰ ਦਾ ਵਕਤ ਆ ਗਿਆ ਹੁਸੈਨ ਸ਼ਾਹ ਦਾ। ਆਪਣੇ ਮੁਰੀਦਾਂ ਨੂੰ ਕਹਿੰਦੇ ਨੇ ਵੀ ਜਾਓ ਫਲਾਣੀ ਬੀਬੀ ਨੂੰ ਸੱਦ ਕੇ ਲਿਆਓ। ਹੁਣ ਕਿੰਨੇ ਪ੍ਰਕਾਰ ਦਾ ਉਹਨਾਂ ਦੇ ਮਨਾਂ ਵਿੱਚ ਸ਼ੱਕ ਗਿਆ ਵੀ ਹੈ ਇਦਾਂ ਦੀ ਬੀਬੀ ਨੂੰ, ਔਰ ਜਾਣ ਲੱਗੇ ਆ, ਮਰਨ ਲੱਗੇ ਆ, ਯਾਦ ਕਰਦੇ ਨੇ, ਚੇਤੇ ਕਰਦੇ ਨੇ। ਚਲੋ ਜੀ ਆ ਗਈ ਬੀਬੀ, ਕਹਿੰਦੇ ਬੇਟਾ ਜਿਹੜਾ ਸਵਾਲ ਅੱਗੇ ਕਰਦੀ ਸੀ ਅੱਜ ਵੀ ਕਰ, ਜਿਹੜਾ ਸਵਾਲ ਅੱਗੇ ਤੂੰ ਕਰਦੀ ਸੀ ਅੱਜ ਵੀ ਕਰ।
ਕਹਿੰਦੀ ਅੱਗੇ ਤਾਂ ਮੈਂ ਬਾਬਾ ਜੀ ਇਹੀ ਪੁੱਛਦੀ ਸੀ ਵੀ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਐ ਹੱਥ 'ਚ ਫੜ ਕੇ ਦਾੜਾ, ਕਹਿੰਦੇ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰਾ ਦਾੜਾ ਚੰਗਾ ਹੈ। ਤੇਰੇ ਕੁੱਤੇ ਦੀ ਪੂਛ ਨਾਲੋਂ ਅੱਜ ਮੇਰਾ ਦਾੜਾ ਚੰਗਾ ਹੈ। ਉਹ ਬੀਬੀ ਕਹਿੰਦੀ ਹੈ ਬਾਬਾ ਇੰਨਿਆਂ ਸਾਲਾਂ ਬਾਅਦ ਦੱਸਣ ਲੱਗੇ ਐ, ਤੂੰ ਉਦੋਂ ਕਿਉਂ ਨਹੀਂ ਦੱਸਿਆ? ਮੈਂ ਵੀ ਪੁੱਛਣਾ ਨਹੀਂ ਛੱਡਿਆ ਤੇ ਤੂੰ ਮੈਨੂੰ ਦੱਸਿਆ ਨਹੀਂ। ਹੁਣ ਇਹ ਤਾਂ ਪਤਾ ਹੀ ਸੀ ਵੀ ਤੁਹਾਡਾ ਦਾੜਾ ਕਿੱਥੇ ਕੁੱਤੇ ਦੀ ਪੂਛ, ਪਰ ਤੂੰ ਅੱਜ ਦੱਸਦਾ ਉਦੋਂ ਕਿਉਂ ਨਹੀਂ ਦੱਸਿਆ? ਤੇ ਫਿਰ ਉਹ ਫਕੀਰ ਹੁਸੈਨ ਸ਼ਾਹ ਕਹਿੰਦਾ ਮੈਂ ਪਹਿਲਾਂ ਕਹਿ ਦਿੰਦਾ ਕਿਤੇ ਵੀ ਮੇਰਾ ਦਾੜਾ ਚੰਗਾ ਹੈ, ਕੋਈ ਮੇਰਾ ਐਬੀ ਮਨ ਹਰਾਮੀ ਮਨ ਕੋਈ ਗਲਤੀ ਕਰ ਦਿੰਦਾ, ਫੇਰ ਮੇਰੇ ਦਾੜੇ ਨਾਲੋਂ ਤੇਰੇ ਕੁੱਤੇ ਦੀ ਪੂਛ ਚੰਗੀ ਸੀ। ਪਰ ਅੱਜ ਮੈਂ ਪਵਿੱਤਰ ਜੀਵਨ ਲੈ ਕੇ, ਨਿਰਮਲ ਜੀਵਨ ਲੈ ਕੇ, ਸੁੱਚੀ ਦਾੜੀ ਲੈ ਕੇ ਜਗਤ ਦੇ ਵਿੱਚੋਂ ਜਾ ਰਿਹਾ, ਤਾਂ ਅੱਜ ਮੈਂ ਕਹਿ ਰਿਹਾ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰਾ ਦਾੜਾ ਚੰਗਾ ਹੈ। ਭਾਵ ਕੇ ਰਹਿੰਦੇ ਨੇ ਜਗਤ ਦੇ ਵਿੱਚ, ਕਦੇ ਮਨ ਦਾ ਵਿਸ਼ਵਾਸ ਨਹੀਂ ਕਰਦੇ। ਮਨ ਫੁੱਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਚੰਗੇ ਗੁਣ ਲੈ ਕੇ ਦਰਗਾਹ ਦੇ ਵਿੱਚ ਭਾਵ ਸੰਸਾਰ ਦੇ ਵਿੱਚ ਚੱਲਦੇ ਨੇ, ਜ਼ਿੰਦਗੀ ਜਿਉਂਦੇ ਨੇ, ਪਰ ਮਨ ਦਾ ਫਿਰ ਵੀ ਵਿਸ਼ਵਾਸ ਨਹੀਂ ਕਰਦੇ, ਮਨ ਤੇ ਕਦੇ ਭਰੋਸਾ ਨਹੀਂ ਕਰਦੇ। ਇੱਕ ਚਾਲੇ ਇੱਕ ਚੱਲ ਸੈ, ਸਭ ਆਪਣੀ ਵਾਰ, ਆਪਣੀ ਆਪਣੀ ਬਾਰੀ ਤੁਰ ਜਾਂਦੇ ਨੇ, ਜਾ ਰਹੇ ਨੇ। ਇੱਕ ਸੱਜਣ ਚੱਲੇ ਇੱਕ ਚੱਲ ਗਏ। ਜਿਵੇਂ ਗੁਰੂ ਸਾਹਿਬ ਦੇ ਬਚਨ ਆਪਾਂ 12 ਤੇ ਵਧੇਵ ਵਿੱਚ ਪੜ੍ਹਦੇ ਹੁੰਨੇ ਆ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਾਗਨ। ਉਹ ਆਦਰਯੋਗ ਸਤਿਕਾਰਯੋਗ ਹੁੰਦੀਆਂ ਨੇ ਉਹ ਦਾੜੇ ਜੋ ਗੁਰ ਚਰਨੀ ਲਾਗਨ। ਅਨ ਦਿਨ ਸੇਵਨ ਗੁਰ ਆਪਣਾ, ਅਨ ਦਿਨ ਆਨੰਦ ਰਹਨ। ਇਦਾਂ ਦਾ ਜੀਵਨ ਆਪਾਂ ਗੱਲ ਕਰਦੇ ਸੀ ਭਾਈ ਜਗਰੂਪ ਸਿੰਘ ਦੀ, ਕਿ ਉਤਸ਼ਾਹ ਚਾਅ ਹਰ ਵਕਤ ਬਣਿਆ ਰਹਿੰਦਾ ਸੀ ਉਹਨਾਂ ਨੂੰ, ਹਰ ਸਮੇਂ ਕੁਝ ਨਾ ਕੁਝ ਕਰਦੇ ਰਹਿੰਦੇ ਸੀ। ਭਾਈ ਗੁਰਪ੍ਰੀਤ ਸਿੰਘ ਨੇ ਪੁੱਛਿਆ ਉਸੇ ਦਿਨ ਜਿੱਦੇ ਸਰੀਰ ਛੱਡਿਆ, ਅਸੀਂ 4 ਵਜੇ ਗਏ ਸੀ, ਕਹਿੰਦੇ ਭਾਈ ਗੁਰਪ੍ਰੀਤ ਸਿੰਘ ਕਹਿੰਦਾ ਬਾਬਾ ਜੀ ਕਿੰਨੇ ਸਾਲ ਦੀ ਉਮਰ ਹੋ ਗਈ? ਕਹਿੰਦੇ 75 ਦੀ। ਕੋਈ ਤਕਲੀਫ, ਕੁਝ ਦੁੱਖ ਦਾ ਹੋਵੇ, ਕੋਈ ਤਕਲੀਫ ਹੋਵੇ? ਕਹਿੰਦੇ ਕੋਈ ਤਕਲੀਫ ਨਹੀਂ। ਕਦੇ ਕਹਿੰਦੇ ਸੇਵਾ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਤਕਲੀਫਾਂ ਥੋੜੀ ਆਉਂਦੀਆਂ ਨੇ। ਨਾਮ ਜਪਣ ਵਾਲਿਆਂ ਨੂੰ ਕਹਿੰਦੇ ਕੋਈ ਤਕਲੀਫ ਨਹੀਂ ਆਉਂਦੀ। 4 ਵਜੇ, 4:15 ਵਜੇ ਦੀਆਂ ਇਹ ਗੱਲਾਂ ਨੇ, ਤੇ 5:30 ਵਜੇ ਸੀ। ਫਿਰ ਅਸੀਂ ਉੱਥੋਂ 1.5 ਘੰਟਾ ਲਾ ਕੇ ਵਾਪਸ ਆ ਰਹੇ ਸੀ। ਅਜੇ ਨਿਹਾਲਗੜ੍ਹ ਆਏ ਸੀ, ਮਿਸਤਰੀਆਂ ਦਾ ਪਿੱਛੋਂ ਫੋਨ ਆਇਆ, ਕਹਿੰਦੇ ਬਾਬਾ ਜੀ ਨੂੰ ਕੋਈ ਗੇੜਾ ਆ ਗਿਆ, ਚੱਕਰ ਆ ਗਿਆ, ਡਿੱਗ ਪਏ। ਉਦੋਂ ਹੀ ਫਿਰ ਉੱਥੋਂ ਹੀ ਵਾਪਸ ਹੋ ਕੇ ਪਾਤੜਾਂ ਹਸਪਤਾਲ ਵਿੱਚ ਲੈ ਗਏ ਦੁਰਗਾ ਦਲ, ਤੇ ਉਹਨਾਂ ਨੇ ਟੈਸਟ ਵਗੈਰਾ ਕੀਤੇ, ਦਵਾਈਆਂ ਦਿੱਤੀਆਂ, ਬਲੱਡ ਪ੍ਰੈਸ਼ਰ ਵਧਿਆ ਸੀ ਉਹ ਠੀਕ ਆ ਗਿਆ। ਕਹਿੰਦੇ ਹੁਣ ਅਗਲਾ ਟ੍ਰੀਟਮੈਂਟ ਤਾਂ ਚੱਲੇਗਾ, MRI ਕਰਵਾਉਣੀ ਪਏਗੀ ਪਟਿਆਲੇ ਤੋਂ। ਅਸੀਂ ਆਖਿਆ ਵੀ ਉੱਥੇ ਹੀ ਦਾਖਲ ਕਰ ਲਵਾਂਗੇ, ਫਿਰ ਉਹਦੇ ਨਹੀਂ ਲਿਆਉਂਦੇ। ਕਹਿੰਦੇ ਜੀ ਠੀਕ ਹੈ। ਫਿਰ 10 ਵਜੇ ਉੱਥੇ ਲੈ ਕੇ ਅੱਪੜ ਗਏ ਸੀ। ਉਹਨਾਂ ਨੇ MRI ਕੀਤੀ ਰਜਿੰਦਰਾ ਹਸਪੀਟਲ ਵਾਲਿਆਂ ਨੇ, ਉਹ ਚੈੱਕ ਕਰਕੇ ਕਹਿੰਦੇ ਨਹੀਂ ਸਾਡੇ ਵੱਸ ਨਹੀਂ, PGI ਲੈ ਜਾਓ। ਉਹਨਾਂ ਨੇ ਰਿਪੋਰਟਾਂ ਵੇਖ ਕੇ ਆਖਿਆ PGI ਵਾਲਿਆਂ ਨੇ, 2 ਵਜੇ ਪਹੁੰਚੇ ਸੀ PGI ਰਾਤ, ਕਹਿੰਦੇ ਸੇਵਾ ਹੀ ਕਰ ਲਓ, ਕਹਿੰਦੇ ਘਰ ਲੈ ਜਾਓ ਸੇਵਾ ਹੀ ਕਰ ਲਓ ਬਸ। ਫਿਰ ਉੱਥੋਂ ਆਉਂਦਿਆਂ ਫਿਰ ਸਾਨੂੰ ਫੋਨ ਕੀਤਾ ਵੀ ਕਿਵੇਂ ਕਰੀਏ। ਅਸੀਂ ਆਖਿਆ ਵੀ ਤੁਸੀਂ ਰਜਿੰਦਰਾ 'ਚ ਲੈ ਆਓ, ਸਵੇਰ ਹੋਏਗੀ ਆਪਾਂ ਸਲਾਹ ਕਰਕੇ ਅੱਗੇ ਸੋਚਾਂਗੇ। 3:15 ਵਜੇ ਫਿਰ ਫੋਨ ਕੀਤਾ ਵੀ ਕਿੱਥੇ ਕਾ ਗਏ? ਕਹਿੰਦੇ ਅਜੇ ਅਸੀਂ ਬਨੂੜ ਲੰਘੇ ਆ, ਵੀ ਧੁੰਦ ਜ਼ਿਆਦਾ ਪੈ ਰਹੀ ਹੈ,
बस 3:30 वजे सी। फिर 10 मिनटां बाद 2 खिच्चवें साह लए, उत्थे ही फिर आउंदे ही रस्ते च वो अपना शरीर छड्ड के अपने श्वास पूरे कर गए। कहा सो भाई मीत है, देख नैन पसार, एक चाले एक चल सै, सब अपनी वार। जिन पूरा सतगुर सेविया, से अस थिर हर द्वार। वो वाहिगुरु दे दर ते स्थिर हो जाते ने। जिन पूरा सतगुर सेविया, ਜਿਹੜੇ सतगुर ਦਾ सिमरन करते ने, सतगुर ਦੇ ਬਚਨਾਂ ਤੇ ਭਰੋਸਾ ਕਰਦੇ ਨੇ, ਭਾਵਨਾ ਲੈ ਕੇ ਉਹ ਦੁਨੀਆ ਰੰਗ ਨਾ ਆਵੇ ਨੇੜੇ। ਆ ਨਸ਼ੇ ਵਿਸ਼ੇ ਬਕਾਰ ਲੋਭ ਲਾਲਚ ਇਹ ਤਾਂ ਨੇੜੇ ਤੇੜੇ ਨਹੀਂ ਸੀ ਉਹਨਾਂ ਦੇ। ਜਨ ਨਾਨਕ ਹਰ ਕਾ ਦਾਸ ਹੈ, ਰਾਖ ਭੇਜ ਮੁਰਾਰ। ਸੋ ਇਦਾਂ ਫਿਰ ਉਹ ਆਪਣਾ ਜ਼ਿੰਦਗੀ ਦਾ ਸਫ਼ਰ ਗੁਰਮੁਖਾਂ ਵਾਂਗੂ ਪੂਰਾ ਕਰਕੇ ਹੱਸਦੇ ਹੱਸਦੇ ਸੰਸਾਰ ਦੇ ਵਿੱਚੋਂ, ਜਗਤ ਦੇ ਵਿੱਚੋਂ ਗਏ, ਹੱਸਦੇ ਹੱਸਦੇ ਗਏ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਉਹ ਜਨਮ ਸਵਾਰ ਕੇ, ਆਪਣਾ ਜਨਮ ਸਵਾਰ ਕੇ ਸੰਸਾਰ ਦੇ ਵਿੱਚ ਚੱਲਦੇ ਨੇ। ਜਨਮ ਸਵਾਰ ਕੇ ਹੀ ਫਿਰ ਉਹ ਸਦਾ ਵਾਸਤੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ, ਜਿਹੜੇ ਗੁਰਮੁਖ ਸੱਜਣ ਹੁੰਦੇ ਨੇ। ਜਾਣਾ ਤਾਂ ਸਾਰਿਆਂ ਨੇ ਹੀ ਹੈ, ਰਹਿਣਾ ਤਾਂ ਹੈ ਹੀ ਨਹੀਂ ਨਾ ਕਿਸੇ ਨੇ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਕਹਿੰਦੇ ਕੋਈ ਕਿਸੇ ਨੂੰ ਧੀਰਜ ਨਹੀਂ ਦੇ ਸਕਦਾ ਵੀ ਰੋ ਨਾ ਭਾਈ, ਰੋ ਨਾ, ਤੂੰ ਕਿਹੜਾ ਮਰਨਾ, ਤੂੰ ਤਾਂ ਰਹੇਗਾ। ਕਹਿੰਦੇ ਇਦਾਂ ਧੀਰਜ ਵੀ ਨਹੀਂ ਕੋਈ ਕਿਸੇ ਨੂੰ ਦੇ ਸਕਦਾ। ਆਪਣੀ ਆਪਣੀ ਵਾਰੀ ਸਭ ਨੇ ਤੁਰ ਜਾਣਾ ਹੈ। ਇਹ ਜਿਹੜਾ ਸੰਸਾਰ ਹੈ ਇਹ ਇੱਕ ਮੁਸਾਫਰਖਾਨਾ ਹੈ। ਮੁਸਾਫਰਖਾਨਾ ਜਾਂ ਸਰਾਂ, ਯਾਤਰਾ ਕਰਨ ਯਾਤਰੂ ਜਾਂਦੇ ਨੇ, ਉਹ ਸਰਾਂ ਦੇ ਵਿੱਚ ਰਾਤ ਕੱਟਦੇ ਨੇ ਤੇ ਜਦੋਂ ਨੂੰ ਸਵੇਰ ਹੁੰਦੀ ਹੈ ਆਪਣਾ ਤਿਆਰੀ ਕਰਕੇ ਯਾਤਰਾ ਲਈ ਅੱਗੇ ਨੂੰ ਨਿਕਲ ਜਾਂਦੇ ਨੇ, ਸੁੰਨੀ ਛੱਡ ਜਾਂਦੇ ਨੇ ਸਰਾਂ। ਐਸੇ ਤਰੀਂ ਇਹ ਜਿਹੜਾ ਜਗਤ ਹੈ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ। ਇੱਥੇ ਤਾਂ ਹਰ ਵਕਤ ਹੁਣ ਆਪਾਂ ਵੇਖਦੇ ਜਿਹੜੇ ਯਾਤਰੂ ਨੇ ਸ਼ਾਮ ਨੂੰ ਕਿਤੇ ਬੈਗ ਰੱਖੇ, ਲਾਹੇ ਟੇਚੀ ਲਾਹੇ, ਸਵੇਰ ਨੂੰ ਫੇਰ ਇਕੱਠੇ ਕਰੋ, ਫੇਰ ਅੱਗੇ ਨੂੰ ਤੁਰ ਪਓ। ਐਸੇ ਤਰ੍ਹਾਂ ਕਹਿੰਦੇ ਨੇ, ਇੱਥੇ ਚਲੋ ਚਲੀ ਦਾ ਮੇਲਾ, ਚਲੋ ਚਲੀ ਦਾ ਮੇਲਾ, ਚਲੋ ਚਲੀ ਦਾ ਡੇਰਾ। ਇੱਥੇ ਚਲੋ ਚਲੀ ਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀ ਦਾ ਡੇਰਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀ ਦਾ ਡੇਰਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀ ਦਾ ਡੇਰਾ, ਜਗਤ ਮੁਸਾਫਰ ਖਾਨਾ ਹੈ। जैसे पंछी रैन बसेरा, जैसे पंछी रैन बसेरा, ना कोई रहसी बड़ा बडेरा, ना कोई रहसी बड़ा बडेरा, ना कोई रहसी बड़ा बडेरा। चल जाना मूर्ख दाना है, इत्थे चलो चली दा मेला, जगत मुसाफर खाना है। इत्थे चलो चली दा मेला, जगत मुसाफर खाना है। नित नवें मुसाफर आउंदे, 4 दिन लई जी पर चाउंदे, 4 दिन लई जी पर चाउंदे।
ਕੂਚ ਕਰਦੇ ਸਭ ਪਛਤਾਉਂਦੇ, ਕੂਚ ਕਰਦੇ ਸਭ ਪਛਤਾਉਂਦੇ। ਨਾ ਸਮਝਣ ਦੇਸ ਬੇਗਾਨਾ ਹੈ, ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਜਿਉਂ ਪੂਰਬ ਤਣ ਦੀ ਬੇੜੀ, ਨਹੀਂ ਮਿਲਣੀ ਵਿਛੜੀ ਜਿਹੜੀ, ਨਹੀਂ ਮਿਲਣੀ ਵਿਛੜੀ ਜਿਹੜੀ। ਮੌਤ ਲਹਿਰ ਲੈ ਜਾਂਦੀ ਰੇਹੜੀ, ਮੌਤ ਲਹਿਰ ਲੈ ਜਾਂਦੀ ਰੇਹੜੀ। ਨਦੀਆਂ ਬਹਿਣ ਜ਼ਮਾਨਾ ਹੈ, ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਜਿਉਂ ਮਿਲਣ ਸਰਾਂ ਵਿੱਚ ਰਾਈ, ਜਿਉਂ ਮਿਲਣ ਸਰਾਂ ਵਿੱਚ ਰਾਈ। ਬਹੁਤੀ ਗੂੜੀ ਪ੍ਰੀਤ ਵਧਾਈ, ਬਹੁਤੀ ਗੂੜੀ ਪ੍ਰੀਤ ਵਧਾਈ। ਬਹੁਤੀ ਗੂੜੀ ਪ੍ਰੀਤ ਵਧਾਈ। ਜਿਉਂ ਮਿਲਣ ਸਰਾਂ ਵਿੱਚ ਰਾਈ, ਬਹੁਤੀ ਗੂੜੀ ਪ੍ਰੀਤ ਵਧਾਈ। ਕਈ ਤੁਰ ਗਏ ਕੱਤ ਜੁਦਾਈ, ਕਈ ਤੁਰ ਗਏ ਕੱਤ ਜੁਦਾਈ। ਕਈਆਂ ਇਹ ਰੋਗ ਪੁਰਾਣਾ ਹੈ, ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਮਨ ਮਹਾਂਪੁਰਸ਼ਾਂ ਦਾ ਕਹਿਣਾ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਇੱਥੇ ਬੈਠ ਕਿਸੇ ਨਹੀਂ ਰਹਿਣਾ। 4 ਦਿਨ ਨੂੰ ਲੰਬੇ ਪੰਗ ਪੈਣਾ, 4 ਦਿਨ ਨੂੰ ਲੰਬੇ ਪੰਗ ਪੈਣਾ। ਮੈਨੂੰ ਵਸਲੋਂ ਉਰੇ ਟਿਕਾਣਾ ਹੈ, ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਜਿਹੜੇ ਰਾਤ ਮੁਸਾਫਰ ਆਏ, ਉਹਨਾਂ ਤੜਕੇ ਕੂਚ ਬੁਲਾਏ, ਉਹਨਾਂ ਤੜਕੇ ਕੂਚ ਬੁਲਾਏ। ਭਾਰ ਬੰਨ ਸਫਰ ਦੇ ਚਾਏ, ਭਾਰ ਬੰਨ ਸਫਰ ਦੇ ਚਾਏ। ਕਈ ਤੁਰ ਗਏ ਕਈਆਂ ਤੁਰ ਜਾਣਾ ਹੈ, ਇੱਥੇ ਚਲੋ ਚਲੀਦਾ ਡੇਰਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀਦਾ ਡੇਰਾ, ਜਗਤ ਮੁਸਾਫਰ ਖਾਨਾ ਹੈ। ਕਈ ਆਉਂਦੇ ਤੇ ਕਈ ਜਾਂਦੇ, ਕਈ ਆਉਂਦੇ ਤੇ ਕਈ ਜਾਂਦੇ। ਕਈ ਗੀਤ ਖੁਸ਼ੀ ਦੇ ਗਾਉਂਦੇ, ਕਈ ਗੀਤ ਖੁਸ਼ੀ ਦੇ ਗਾਉਂਦੇ। ਕਈ ਬੈਣ ਦੁੱਖਾਂ ਦੇ ਪਾਉਂਦੇ, ਕਈ ਬੈਣ ਦੁੱਖਾਂ ਦੇ ਪਾਉਂਦੇ। ਹੋਣਾ ਸਭ ਕਾਲ ਨਿਸ਼ਾਨਾ ਹੈ, ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ। ਇੱਥੇ ਚਲੋ ਚਲੀਦਾ ਮੇਲਾ, ਜਗਤ ਮੁਸਾਫਰ ਖਾਨਾ ਹੈ।
किते ढावे किते बनावे, खेल आपे प्रभु रचावे। किते ढावे किते बनावे, खेल आपे प्रभु बनावे। ना कोई आवे ना कोई जावे, ना कोई आवे ना कोई जावे। शीतल जी मौत बहाना है, इत्थे चलो चली दा डेरा, जगत मुसाफर खाना है। इत्थे चलो चली दा डेरा, जगत मुसाफर खाना है। इत्थे चलो चली दा मेला, जगत मुसाफर खाना है। इत्थे चलो चली दा मेला, जगत मुसाफर खाना है। जिमें सरां दे विच राही आउंदे ने, रात कट के तुर जांदे ने, शीतल जी कहंदे इदां ही जगत है। इस मुसाफरखाने विच कोई आ रहा है, कोई जा रहा है। सरावां दे विच कई यात्रु नਵੇਂ आ रहे हुंदे ने, कई रात कट के चल रहे हुंदे ने। इदां ही जिहड़ा जगत है सरा वांगू है, इत्थे सदा किसी ने बैठिया नहीं रहना। पर जगत दे विच आके इंसान ने कीता की, करदा की रहा, कर्म किदां दे कीते, फिर ये विचार हुंदी है उहदे जाण तो बाद। चंगे किन्ने कीते, माड़े किन्ने कीते, बेईमानियां किन्नियां क नाल कीतियां, सुख किन्नियां क नूं दिता। सो इदां भाई आपां जिहड़ी विचार करदे सी, महाराज कहंदे मिरत मंडल जग साजिया, ज्यों बालू घरवार। मौत दा मंडल है जिहड़ा जगत है, जिहड़ा संसार है, इत्थे सदा रहण दा टिकाणा नहीं साडा। और सानू ये भी नहीं पता भी किस पल असीं तुर जावांगे, कदों असीं दुनिया छड्ड के अगले राह पै जावांगे, अपने लंबे पंध पै जाएंगे। उत्थे जाने जिथों मुड़ के नहीं कोई आया, जिथों मुड़ के कोई अज तक आया नहीं, जिथों मुड़ के आउणा नहीं। इस करके गुरमुखां दे जीवन तो, गुरमुखां दी संगत करके ये आपां भी इदां दा अपना सुभाव बनाइए, आदतां बनाइए। जिमें भाई जगरूप सिंह ने सतसंग कीता और वो चंगे गुण ग्रहण कीते, अपने आप नूं वेदाग रखिया। इदां दा जीवन बना के जाइए तां ते फिर साडे जाण तो बाद भी कोई आखे प्यारे गुरमुख जन्म सवार के, दरगाह नूं चाले पाउंदे ने। गुरमुख जन्म सवार के, दरगाह नूं चाले पाउंदे ने। गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। प्यारे गुरमुख जन्म सवार के, दरगाह नूं चाले पाउंदे ने। हाँ जी सिखो शब्द प्यारिओ, जन्म मरण किए मुख उजल सदा सुखी, नानक सिमरत एक। नानक
ਨਾਨਕ ਸਿਮਰਤ ਏਕ, ਇਕ ਨੂੰ ਸਿਮਰਿਏ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਆਓ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਟਾਈਮ ਉੱਪਰ ਹੋ ਗਿਆ। ਸਾਰਿਆਂ ਦਾ ਧੰਨਵਾਦ, ਪਰਿਵਾਰ ਦਾ ਵੀ ਧੰਨਵਾਦ। ਕਦੇ ਨਹੀਂ ਸੀ ਆਖਿਆ ਵੀ ਇਹ ਕੰਮ ਪਏ ਨੇ ਤੂੰ ਸੇਵਾ 'ਚ ਫਿਰਦਾ। ਸਾਰੇ ਆਪ ਪਰਿਵਾਰ ਕੰਮ ਕਰਦਾ ਸੀ, ਇੱਦਾਂ ਦਾ ਕੋਈ ਵੀ ਚਲੋ ਜਿਵੇਂ ਇਹਨਾਂ ਦਾ ਚਾਅ ਹੈ ਜਿਵੇਂ ਠੀਕ ਹੈ। ਸੋ ਪਰਿਵਾਰ ਦਾ ਵੀ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਹੁਣ ਆਪਾਂ ਆਨੰਦ ਸਾਹਿਬ ਪੜਾਂਗੇ 6 ਪੌੜੀਆਂ, ਫਿਰ ਆਪਾਂ ਅਰਦਾਸ ਕਰਾਂਗੇ ਕਿ ਮਹਾਰਾਜ ਕਿਰਪਾ ਕਰਨੀ, ਗੁਰਮੁਖ ਪਿਆਰੇ ਦੀ ਕੀਤੀ ਸੇਵਾ ਲੇਖੇ ਵਿੱਚ ਲਾਉਣੀ, ਸਫਲੀ ਕਰਨੀ ਤੇ ਪਰਿਵਾਰ ਵਿੱਚ ਸੁਖ ਸ਼ਾਂਤੀਆਂ ਵਰਤਾਉਣੀਆਂ। ਕਾਰ ਸੇਵਾ ਵਾਲੇ ਬਾਬਾ ਜੀ ਆਏ ਨੇ, ਧੰਨਵਾਦ। ਹੋਰ ਜਿੰਨੇ ਵੀ ਰਿਸ਼ਤੇਦਾਰ ਸਾਗ ਸੰਬੰਧੀ ਆਏ ਨੇ, ਸਾਰਿਆਂ ਦਾ ਧੰਨਵਾਦ। ਇਹਨਾਂ ਕੋਲ ਵੀ ਗੁਰੂ ਸਰ ਬਾਬਾ ਜੀ ਕੋਲ ਜਾ ਕੇ ਉਹ ਲਿਜਾਂਦੀ ਰਹਿੰਦੇ ਸੀ ਮੰਗਲਵਾਰ ਨੂੰ, ਹਰ ਵਾਰ ਕਾਰ ਸੇਵਾ ਵਾਲੇ ਬਾਬਾ ਜੀ ਗੁਰੂ ਸਰ ਤੋਂ ਜੋ ਗੱਡੀ ਆਉਂਦੀ ਹੈ ਪਿੰਡ ਦੇ ਵਿੱਚ, ਕਦੇ ਕਿਤੇ ਸੇਵਾ ਤੇ ਜਾਇਆ ਕਰਦੇ। ਸੋ ਹੁਣ 10 ਮਹੀਨਿਆਂ ਤੋਂ, 10.5 ਮਹੀਨਿਆਂ ਤੋਂ ਆਪਣੇ ਕੋਲ ਉਹ ਨਵਾਂ ਸਥਾਨ ਜੋ ਬਣ ਰਿਹਾ GT ਰੋਡ ਤੇ, ਉੱਥੇ ਡਿਊਟੀ ਉਹਨਾਂ ਦੀ ਲਾ ਗਏ ਸੀ। ਅਸੀਂ ਜਦੋਂ ਮਾਰਚ ਕੈਨੇਡਾ ਗਏ ਸੀ, ਸੋ ਨਿਭਾ ਗਏ ਆਪਣਾ ਆਖਰੀ ਸਾਹ, ਇੱਕ ਸਵਾਸ ਆਪਣਾ ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ ਲਾ ਕੇ ਗਏ ਨੇ। ਸਤਿਗੁਰੂ ਮਿਹਰ ਕਿਰਪਾ ਬਖਸ਼ਿਸ਼ਾਂ ਕਰੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗੁਰਤਾ ਪਾਇਆ ਸਹਿਜ ਸੇਤੀ, ਵਡਵਈਆਂ ਵਾਦਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਬਣਿਆਈਆਂ। ਸਭ ਦੂਤਾਂ ਦਾ ਹਰੀ ਤੇਰਾ, ਵਡਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਪਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰੋ ਹਰ ਨਾਲੇ। ਸਾਚੇ ਸਾਹਿਬ ਆਗਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕਿਛ ਹੈ, ਕਿਤੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ। ਕਾਮ ਜਿਤਨੇ ਮਨ ਵਸਿਆ, ਵਾਜੇ ਸ਼ਬਦ ਕਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ। ਨਾਮ ਮੇਰਾ ਆਧਾਰੂ, ਸਤਿਨਾਮ ਆਧਾਰ ਤੇਰਾ, ਜਿਨ ਭੁਖਾ ਸਭ ਸਵਾਰੀਆਂ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਇੱਛਾ ਸਭ ਪੁਜਾਈਆਂ। ਗੁਰਬਾਣੀ ਦਾ ਗੁਰ ਰਖੋ, ਜਿਨ ਜਾਏ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੂ, ਵਾਜੇ ਮਨ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸਬਦ ਵਾਜੇ, ਸਦਾ ਜਿਤ ਕਰਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕਉ, ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਇਤਰ ਅਨੰਤ ਵਾਜੇ। ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਨਾਮ ਕਰੇ ਸੁਣੇ ਸੱਚੀ ਬਾਣੀ। ਸੰਤ ਸਾਜਨ ਭਏ ਸਰਸ, ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਬੈਠੇ, ਪਵਿੱਤਰ ਸਤਿਗੁਰ ਰਹਿਆ ਘਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਆਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਬਾਣੀ ਪਿਤਾ, ਮਾਤਾ ਨਰਕ ਮਹਤ। ਸਰਾਜ ਕੋਈ ਦਾਈ ਦਾਇਆ, ਖੇਲੇ ਸਾਗਲ ਜਗਤ। ਚਲਿਆਇਆ ਮੁਰਿਆਇਆ, ਵੰਡ ਧਰਮ ਹਜ਼ੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਮਿਲਦਾ ਪਿਆਇਆ, ਗਏ ਸੰਗਤ ਤਾੜ। ਨਾਨਕ ਤੇ ਮੁਖੀ ਉਜਲੇ, ਕੇਤੀ ਛੁੱਟੀ ਨਾਲ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,